ਕਿਸ ਕਿਸ ਤਰ੍ਹਾਂ ਦਾ ਦੁਨੀਆ ਦੇ ਵਿੱਚ ਈਮਾਨ ਆ ਔਰ ਕਿਵੇਂ ਕਿਵੇਂ ਲੋਕ ਈਮਾਨ ਦੇ ਵਿੱਚ ਚੱਲਦੇ ਆ ਔਰ ਅਸਲ ਦੇ ਵਿੱਚ ਇੱਕ ਮਸੀਹੀ ਇਨਸਾਨ ਦਾ ਜਿਹੜਾ ਈਮਾਨ ਆ ਉਹ ਕਿਸ ਲੈਵਲ ਦਾ ਹੋਣਾ ਚਾਹੀਦਾ। ਈਮਾਨ ਸਭ ਦਾ ਹੀ ਆ, ਲੇਕਿਨ ਈਮਾਨ ਦਾ ਲੈਵਲ ਜਿਹੜਾ ਆ ਉਹ ਸਾਰਿਆਂ ਦਾ ਇੱਕ ਬਰਾਬਰ ਨਹੀਂ ਆ। ਔਰ ਜਿਹੜਾ ਖਾਸ ਉਹਦੇ ਵਿੱਚ ਮੈਂ ਦੱਸਣਾ ਚਾਹਿਆ ਉਹ ਇਹ ਆ ਕਿ ਈਮਾਨ ਦਾ ਜਿਹੜਾ ਲੈਵਲ ਆ, ਵਿਸ਼ਵਾਸ ਦਾ ਜਿਹੜਾ ਲੈਵਲ ਆ, ਉਹ ਐਸਾ ਹੋਵੇ ਕਿ ਅਸੀਂ ਮੁਕਤੀ ਨੂੰ ਪ੍ਰਾਪਤ ਕਰੀਏ, ਯਾਨੀ ਕਿ ਮੁਕਤੀ ਨੂੰ ਪਾਉਣ ਵਾਲਾ ਈਮਾਨ। ਤੀਸਰੇ ਆਕਾਸ਼ ਦਾ ਈਮਾਨ, ਸਵਰਗੀ ਈਮਾਨ, ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨ ਵਾਲਾ ਈਮਾਨ, ਉਹ ਈਮਾਨ ਜਿਹਦੇ ਤੋਂ ਪਰਮੇਸ਼ਵਰ ਖੁਸ਼ ਹੋਵੇ। ਕਿਉਂਕਿ ਜਿਹਨਾਂ ਤੋਂ ਪਰਮੇਸ਼ਵਰ ਖੁਸ਼ ਹੁੰਦਾ ਆ ਉਹਨਾਂ ਦੇ ਲਈ ਹੀ ਸਾਰੇ ਵਾਅਦੇ ਆ। ਅਸੀਂ ਤਾਂ ਚਾਹੁੰਦੇ ਹਾਂ ਪਰਮੇਸ਼ਵਰ ਸਾਨੂੰ ਖੁਸ਼ ਰੱਖੇ, ਪਰ ਪਰਮੇਸ਼ਵਰ ਚਾਹੁੰਦਾ ਹੈ ਅਸੀਂ ਪਰਮੇਸ਼ਵਰ ਨੂੰ ਖੁਸ਼ ਰੱਖੀਏ। ਸੋ ਐਸਾ ਈਮਾਨ ਸਾਡੇ ਅੰਦਰ ਹੋਣਾ ਚਾਹੀਦਾ ਕਿ ਅਸੀਂ ਆਪਣੇ ਹਰ ਕਰਮ ਤੋਂ ਪਰਮੇਸ਼ਵਰ ਨੂੰ ਖੁਸ਼ ਕਰ ਸਕੀਏ। ਔਰ ਇਸ ਯਤਨ ਦੇ ਵਿੱਚ ਸਾਨੂੰ ਦਿਨ ਰਾਤ ਲੱਗੇ ਰਹਿਣ ਦੀ ਜ਼ਰੂਰਤ ਹੈ। ਹਾਲੇਲੂਇਆ। ਅਸੀਂ ਦੇਖਿਆ ਸੀਗਾ इब्रानियों ਦਾ ਖੱਤ 11 ਦੀ 23 आयत ਦੇ ਵਿੱਚ, विश्वास ही से मूसा के माता पिता ने उसको उत्पन्न होने के बाद 3 महीने तक छिपा के रखा, क्योंकि उन्होंने देखा कि बालक सुंदर है और वह राजा की आज्ञा से ना डरे। ਪੰਜਾਬੀ ਵਿੱਚ ਲਿਖਿਆ, ਵਿਸ਼ਵਾਸ ਹੀ ਦੇ ਕਾਰਨ ਉਹਦੇ ਮਾਂ ਬਾਪ ਨੇ ਜਦੋਂ ਉਹ ਪੈਦਾ ਹੋਇਆ ਉਹਨੂੰ 3 ਮਹੀਨਿਆਂ ਤੱਕ ਲੁਕਾ ਕੇ ਰੱਖਿਆ। ਕੀ ਸੀ ਭਲਾ ਉਹਨਾਂ ਦਾ ਵਿਸ਼ਵਾਸ ਸੀ। ਕੈਸਾ ਵਿਸ਼ਵਾਸ ਸੀਗਾ? क्योंकि उन्होंने देखा कि बालक सुंदर है और राजा की आज्ञा से न डरे। ऐसा विश्वास है कि उन्होंने राजा का कोई खौफ नहीं है, बल्कि उन्होंने उन्होंने लुका लिया इस विश्वास के नाल कि अगर असी इनू लुका भी लवांगे तो राजियां दा राजा साडी वाले है। की है भला? राजियां दा राजा साडी वाले है तो राजे की भी आज्ञा तो ना डरे। सो ਇਹਦੇ ਉੱਤੇ ਮੈਂ ਕੁਛ ਬੋਲ ਚੁੱਕਾ ਸੀ ਸਵੇਰੇ ਵੀ ਕਿ ਕੁਛ ਲੋਕ ਨਵੇਂ ਨੇਮ ਦੀ ਇੱਕ ਆਇਤ ਨੂੰ ਲੈ ਕੇ ਕਈ ਵਾਰੀ ਥੋੜ੍ਹਾ ਜਿਹਾ ਭਟਕ ਜਾਂਦੇ ਆ ਕਿ ਵਚਨ 'ਚ ਲਿਖਿਆ ਵੀ ਦੇਸ਼ ਦੇ ਹੁਕਮਰਾਨਾਂ ਲਈ, ਬਾਦਸ਼ਾਹਾਂ ਦੇ ਲਈ, ਮੰਤਰੀਆਂ ਦੇ ਲਈ ਔਰ ਐਡਮਿਨਿਸਟ੍ਰੇਸ਼ਨ ਦੇ ਲਈ ਤੁਸੀਂ ਦੁਆ ਕਰਦੇ ਰਹੋ ਔਰ ਉਹਨਾਂ ਦੇ ਅਧੀਨ ਰਹੋ, ਕਿਉਂਕਿ ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ਵਰ ਦਾ ਸਾਹਮਣਾ ਕਰਦਾ ਹੈ। ਸੋ ਉਹਦੇ ਉੱਤੇ ਮੈਂ ਕਾਫੀ ਵਿਸਤਾਰ ਨਾਲ ਸਵੇਰੇ ਦੱਸ ਦਿੱਤਾ ਸੀ। ਜਿਹਨਾਂ ਨੇ ਨਹੀਂ ਸੁਣਿਆ ਉਸ ਤੋਂ ਬਾਅਦ ਹੀ ਉਸ ਵਚਨ ਨੂੰ ਸੁਣ ਲੈਣ ਅਤੇ ਫਿਰ ਪਤਾ ਲੱਗ ਜਾਊਗਾ ਕਿ ਉਸ ਗੱਲ ਦਾ ਅਸਲ ਦੇ ਵਿੱਚ ਮਤਲਬ ਜਿਹੜਾ ਕੀ ਹੈ। ਹੁਕਮਰਾਨਾਂ ਦੀ ਸੁੱਖ ਸ਼ਾਂਤੀ ਦੇ ਲਈ ਅਸੀਂ ਪ੍ਰਾਰਥਨਾ ਕਰਨੀ ਆ, ਉਹ ਨੇਕ ਨੀਅਤ ਦੇ ਨਾਲ ਹਕੂਮਤ ਨੂੰ ਚਲਾਉਣ, ਉਹਦੇ ਲਈ ਅਸੀਂ ਪ੍ਰਾਰਥਨਾ ਕਰਦੇ ਰਹਿਣਾ ਆ। ਉਹਨਾਂ ਨੂੰ ਰੱਬ ਬੁੱਧੀ ਦਿਨਾਈ ਬਖਸ਼ੇ ਤਾਂ ਕਿ ਆਪਣੇ ਫਰਜ਼ ਨੂੰ ਸਮਝਣ, ਉਹਦੇ ਲਈ ਅਸੀਂ ਦੁਆ ਕਰਦੇ ਰਹਿਣਾ ਆ। ਲੇਕਿਨ ਇਹੀ ਦੁਨੀਆ ਦੇ ਬਾਦਸ਼ਾਹਾਂ ਦੇ ਉਸ ਬਾਦਸ਼ਾਹ ਦੇ ਖਿਲਾਫ ਕੋਈ ਕਾਨੂੰਨ ਲੈ ਕੇ ਆਉਣ ਅਤੇ ਉਹਨੂੰ ਅਸੀਂ ਸਿਰ ਝੁਕਾ ਕੇ ਮੰਨਣਾ, ਉਹਨੂੰ ਨਹੀਂ ਹੈ ਅਸੀਂ ਮੰਨਣਾ। ਅਗਰ ਐਸੀ ਕੋਈ ਸਥਿਤੀ ਆਵੇ ਤਾਂ ਫਿਰ ਅਸੀਂ ਬਾਦਸ਼ਾਹਾਂ ਦੇ ਬਾਦਸ਼ਾਹ ਯਾਨੀ ਕਿ ਉਸ ਰੱਬ ਦੇ ਉੱਤੇ ਈਮਾਨ ਲਿਆਉਣਾ ਆ। ਇਹਨਾਂ ਦੇ ਕਿਸੇ ਉਸ ਫੈਸਲੇ ਤੋਂ ਨਹੀਂ ਡਰਨਾ ਜਿਹੜਾ ਸਾਡੇ ਖੁਦਾ ਦੇ ਖਿਲਾਫ ਹੋਵੇ। ਸੋ ਇਸ ਲਈ ਉਸ ਵਕਤ ਵੀ ਜਿਹੜਾ ਫੈਸਲਾ ਬਾਦਸ਼ਾਹ ਦਾ ਸੀਗਾ ਉਹ ਉਹਦੀ ਕੌਮ ਦੇ ਔਰ ਖੁਦਾ ਦੇ ਖਿਲਾਫ ਸੀ। ਖੁਦਾ ਦੇ ਖਿਲਾਫ ਇਸ ਲਈ ਸੀਗਾ ਕਿ ਉਹਨੇ ਇਹ ਐਲਾਨ ਕੀਤਾ ਸੀ, ਭੁੱਲ ਜਾਓ ਖੁਦਾ ਨੂੰ, ਮੈਂ ਹੀ ਤੁਹਾਡਾ ਖੁਦਾ ਆ, ਮੰਨੋ ਕਿ ਮੈਂ ਕੀ ਹਾਂ, ਤੁਹਾਡਾ ਖੁਦਾ ਆ। ਇਹ ਫੈਸਲਾ ਉਹਦੇ ਲੋਕਾਂ ਨੂੰ ਕਦੇ ਵੀ ਨਾ ਮਨਜ਼ੂਰ ਸੀ ਅਤੇ ਨਾ ਹੀ ਕਦੇ ਮਨਜ਼ੂਰ ਹੋ ਸਕਦਾ ਹੈ। ਦੂਸਰਾ ਸੀਗਾ ਕਿ ਇਹਨਾਂ ਦੇ ਜਿਹੜੇ ਵੀ ਲੜਕੇ ਪੈਦਾ ਹੋਣ ਉਹ ਲੜਕੇ ਕੀ ਕਰਤਾ ਜਾਵੇ, ਮਾਰ ਦਿੱਤਾ ਜਾਵੇ, ਤਾਂ ਕਿ ਇਹਨਾਂ ਦੀ ਜਿਹੜੀ ਤਾਕਤ ਆ ਉਹ ਵਧੇ ਨਾ। ਔਰ ਐਸਾ ਕਾਨੂੰਨ ਜਦੋਂ ਆਇਆ ਆ ਅਤੇ ਜਦੋਂ ਮੂਸਾ ਪੈਦਾ ਹੋਇਆ ਅਤੇ ਮੂਸਾ ਦੇ ਮਾਂ ਬਾਪ ਨੇ ਬਾਦਸ਼ਾਹ ਦੀ ਉਸ ਆਗਿਆ ਦੀ ਪਰਵਾਹ ਨਹੀਂ ਕੀਤੀ ਔਰ ਉਹਨੂੰ ਬਾਦਸ਼ਾਹ ਦੇ ਹੁਕਮ ਦੇ ਉਲਟ ਜਾ ਕੇ ਉਸ ਬੱਚੇ ਦੇ ਬਾਰੇ 'ਚ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਕਿ ਸਾਡੇ ਘਰ ਲੜਕਾ ਹੋਇਆ, ਅਤੇ ਉਹਨੂੰ 3 ਮਹੀਨੇ ਤੱਕ ਛੁਪਾਈ ਰੱਖਿਆ। ਆਪਣੀ ਅਕਲ ਦੇ ਨਾਲ ਜਿੰਨੀ ਦੇਰ ਤੱਕ ਛੁਪਾ ਸਕਦੇ ਸੀ ਛੁਪਾਇਆ। ਫਿਰ ਵਿਸ਼ਵਾਸ ਦੇ ਵਿੱਚ ਉਹਨਾਂ ਨੇ ਉਸ ਬੱਚੇ ਨੂੰ ਖੁਦਾ ਦੇ ਹਵਾਲੇ ਕਰ ਦਿੱਤਾ। ਅੱਗਿਓਂ ਖੁਦਾ ਨੇ ਉਸ ਬੱਚੇ ਨੂੰ ਸੰਭਾਲਿਆ। ਬੱਚਾ ਮਹਿਲਾਂ ਦੇ ਵਿੱਚ ਪਹੁੰਚ ਗਿਆ ਔਰ ਬਾਦਸ਼ਾਹ ਦੀ ਬੇਟੀ ਨੇ ਉਹਨੂੰ ਆਪਣਾ ਬੇਟਾ ਕਰਕੇ ਉਹਦੀ ਪਰਵਰਿਸ਼ ਕੀਤੀ ਔਰ ਦੁੱਧ ਪਿਲਾਉਣ ਦੇ ਲਈ ਉਹਦੀ ਅਸਲੀ ਮਾਂ ਨੂੰ ਹੀ ਉਹਦੇ ਕੋਲ ਲਿਆਂਦਾ ਗਿਆ ਔਰ ਉਹਦੀ ਮਾਂ ਨੇ ਹੀ ਦੁੱਧ ਪਿਲਾ ਕੇ ਉਹਦੀ ਪਰਵਰਿਸ਼ ਕਰਕੇ
ਲਾਈਕ ਬਾਦਸ਼ਾਹ ਦੀ ਬੇਟੀ ਦੀ ਨਜ਼ਰ ਦੇ ਵਿੱਚ ਉਹਦੀ ਮਾਂ ਅਸਲੀ ਜਿਹੜੀ ਆ ਮੂਸਾ ਦੀ, ਉਹ ਆਇਆ ਦੀ ਨੌਕਰੀ ਨਿਭਾ ਰਹੀ ਹੈ। ਲੇਕਿਨ ਮਾਂ ਨੂੰ ਪਤਾ ਹੈ ਕਿ ਮੇਰਾ ਪੁੱਤਰ ਆ, ਅਤੇ ਪੁੱਤਰ ਨੂੰ ਵੀ ਇਹ ਦੱਸ ਦਿੱਤਾ ਗਿਆ ਹੈ ਕਿ ਮੈਂ ਤੇਰੀ ਮਾਂ ਆ, ਮੈਂ ਤੈਨੂੰ ਜਨਮ ਦੇਣ ਵਾਲੀ ਤੇਰੀ ਮਾਂ ਆ। ਸਾਡਾ ਪਰਮੇਸ਼ਵਰ ਯਹੋਵਾ ਪਰਮੇਸ਼ਵਰ ਆ। ਉਹਨੂੰ ਬਚਪਨ ਤੋਂ ਹੀ ਇਹ ਸਿੱਖਿਆ। ਮੂਸਾ ਬੱਚਾ ਆ, ਇਸ ਕਰਕੇ ਅਜੇ ਉਹ ਉਸ ਤਰ੍ਹਾਂ ਦਾ ਫੈਸਲਾ ਨਹੀਂ ਲੈ ਸਕਦਾ ਜਿਹਦੇ ਨਾਲ ਉਹ ਕੁਛ ਕਰ ਸਕੇ। ਔਰ ਮੂਸਾ ਬਚਪਨ ਤੋਂ ਹੀ ਮਾਂ ਦੇ ਨਾਲ ਆ, ਅਤੇ ਮਾਂ ਜਿਹੜੀ ਆ ਉਹ ਧਾਰਮਿਕ ਆ। ਇਸ ਲਈ ਮੂਸਾ ਇੱਕ ਸਮੇਂ ਦੀ ਇੰਤਜ਼ਾਰ ਕਰਦਾ ਪਿਆ ਆ ਕਿ ਇੱਕ ਸਮਾਂ ਆਵੇ ਜਦੋਂ ਮੈਂ ਕੋਈ ਦ੍ਰਿੜ ਫੈਸਲਾ ਜਿਹੜਾ ਆ ਉਹ ਲੈ ਸਕਾਂ। ਅਤੇ ਲਿਖਿਆ ਅੱਗੇ ਜਾ ਕੇ ਅਸੀਂ ਪੜ੍ਹਾਂਗੇ ਬੱਚਨ ਨੂੰ ਤਾਂ ਕਿ ਸਮਝ ਸਕੀਏ। ਅਸੀਂ ਸਿੱਖਿਆ ਸੀ ਸਵੇਰੇ, ਇਹ ਉਹ ਵਿਸ਼ਵਾਸ ਹੈ ਜੋ ਬਾਦਸ਼ਾਹ ਕੇ ਖੌਫ ਸੇ ਵੀ ਨਹੀਂ ਘਬਰਾਤਾ। ਕਿਹੋ ਜਿਹਾ ਵਿਸ਼ਵਾਸ ਹੋਣਾ ਚਾਹੀਦਾ ਸਾਡਾ? ਬਾਦਸ਼ਾਹਾਂ ਦੇ ਵੀ ਖੌਫ ਤੋਂ ਘਬਰਾਉਣਾ ਨਹੀਂ ਹੈ, ਐਸਾ ਈਮਾਨ ਸਾਡੇ ਅੰਦਰ ਹੋਣਾ ਚਾਹੀਦਾ। ਇਬਰਾਨੀਓ 11:24 ਦੇ ਚੰਨ ਫਟਾਫਟ ਇਸ ਕਰਕੇ ਕਰ ਰਹੇ ਹਾਂ ਕਿ ਤਾਂ ਕਿ ਇਹ ਸੁਬਾਹ ਦੱਸ ਦਿੱਤਾ ਸੀਗਾ, ਜਿਹਨੇ ਨਹੀਂ ਸੁਣਿਆ ਉਹ ਸੁਣ ਲਵੇ। ਅਸੀਂ ਸਿਰ ਟੱਚ ਕਰਾਉਣਾ ਤਾਂ ਕਿ ਅੱਗੇ ਅਸੀਂ ਅਗਲੇ ਹਿੱਸੇ ਨੂੰ ਸਿੱਖ ਸਕੀਏ। सो 11:24 लिखा, विश्वासी से मूसा ने सियाना होकर फिरौन की बेटी का पुत्र कहलाने से इनकार किया। सियाना जो हो गया ना, उदों उन्हें कह दिता भी मैं तेरा पुत्र नहीं है। हो सकता न्याणेपन दे विच कहंदा ते ओह कहंदे भी इहनूं ये समझ नहीं, इहनूं पता नहीं कि की कर रहा, पर कदों ने उहदा इनकार किया? न्याणपुणे विच नहीं, सियाणपुणे दे विच। जदों सियाणा होया उदों नूं पता लग गया कि हुण समा आ गया कि मैं वो फैसला लवां जिहड़ा मेरे खुदा दे हक दे विच पूरा होवे। इसलिए जां सियाणा होया। ते दस्सिया सी मैं सवेरे कि असी सियाणे हो गए हैं कि असी अपने खुदा दे हक दे विच फैसला लै सकीए। सियाणा हो के उन्हें जिहड़े जिहड़े फैसले लए वो बड़े खतरनाक फैसले सीगे। सियाणा हो के सब तो पहलां तो जिहड़ा उन्हें फैसला लिया कि जदों वो कहूगा बादशाह की बेटी नूं कि मैं तेरा पुत्र नहीं है, उहदा अंजाम की हो सकता है। लेकिन उन्हें अंजाम की परवाह नहीं की। उस तरह अज एक ईमानदार ने जो फैसला लेना है तो फिर अंजाम की होना यदी परवाह नहीं करनी। जे अज फैसला लैन लगे असी इस चीज़ की परवाह करते हैं कि साडा इहदे विच कोई नुकसान हो जू, साडा इहदे विच कोई बहुत ज़्यादा हो सकता सानू जिंदगी तो हत्थ धोना पवे। सो ऐसे कई विचार साडे मन दे विच आ सकते हैं। लेकिन अगर असी मूसा की तरह सियाणे हो गए हैं तो फिर मूसा ने किसी चीज़ की परवाह की? मूसा सुख आराम का जीवन बिता रहा है। मूसा महलों दे विच एक राजकुमार की तरह रह रहा है। मूसा मिस्र का आने वाला बादशाह बनने वाला है। लेकिन बावजूद ये की मूसा फैसला ले रहा है, इन्हां सारिया चीज़ों का त्याग, हर वो चीज़ जिहड़ी उहनूं सुख दे सकती है, उन्हां सारिया चीज़ों का की कर रहा भला? त्याग कर रहा है। तो जे मूसा वर्गा शख्स जिन्होंने परमेश्वर के घर च जन्म लैन का मौका नहीं मिलिया, मूसा वर्गा शख्स जिन्होंने नवा जन्म लैन का मौका नहीं मिलिया, अगर वो उस समय दे विच जदों कलाम का बीज भी उहदे कोल उस तरीके दे नाल नहीं है जिवें साडे कोल है, पाकरू भी उस तरीके दे नाल नहीं है जिवें साडे कोल है, जे मूसा इन्हां दोनों चीज़ों तो बिना एडा जबरदस्त खतरनाक फैसला अपनी माँ की तलीम नूं सुन के ही लै सकता है, तो फिर साडे नाल ते सृष्टिकर्ता परमेश्वर अपने वायदे के अनुसार सदा साडे नाल रहिंदा है। ਇਹਦਾ मतलब फिर फैसला जो असी लेना है तो फिर साडा फैसला मूसा तो भी अगे का फैसला होना चाहिए। तो मूसा ने सियाणा होकर फैसला लिया। लिखा, विश्वास ही से मूसा ने सियाणा होकर फिरौन की बेटी का पुत्र कहलाने से इनकार कर दिया। सुपुत्र तो पहला असी किसी होर दे सीगे हन, कोई होर मां सी जिहड़ी अधिकार जमाउंदी सी, जिवें सुलेमान के समय असीं देखते हैं कि दो मावां एक पुत्र के उत्ते दावा करदियां। लेकिन असली ने जदों बादशाह ने कहा भी इहनूं कट दिता जाए तो असली ने कहा नहीं, ये जिउंदा रहे भावें इहदे हत्थ विच ही रहे। वो काहदे लई उहने कहता इहदे हत्थ विच रहे? आपे पुत्र जदों सियाणा होऊगा ना तो फैसला कर लूगा भी किहड़ी मां असली है तो किहड़ी मां नकली है। उस तरह असी सियाणे हो गए तो असी हुण फैसला लेना किहड़ी मां असली है तो किहड़ी मां नकली है। एक वो मां आ जिहड़ी सानूं सारियां सुविधावां दे के साडा पालन पोषण ते कर सकदी है, पर साडी मां नहीं।
ਇੱਕ ਮਾਂ ਉਹ ਹੈ ਜਿਹੜੀ ਜਿਹਨੂੰ ਦੇਖੀਏ ਤਾਂ ਸਾਨੂੰ ਸਾਰੇ ਸੰਸਾਰ ਦਾ ਲੁਤਫ ਨਜ਼ਰ ਆਉਂਦਾ ਪਿਆ, ਸਾਰੇ ਸੰਸਾਰ ਦਾ ਐਸ਼ੋ ਆਰਾਮ ਨਜ਼ਰ ਆਉਂਦਾ ਪਿਆ ਆ। ਇਸ ਮਾਂ ਦੇ ਕੋਲ ਸਭ ਕੁਛ ਆ, ਪਰ ਇਸ ਮਾਂ ਨੇ ਮੈਨੂੰ ਜਨਮ ਨਹੀਂ ਦਿੱਤਾ। ਇਹ ਮਾਂ ਮੇਰੀ ਮਾਂ ਨਹੀਂ ਆ। ਦੂਸਰੇ ਪਾਸੇ ਉਹ ਮਾਂ ਆ ਜਿਹਨੇ ਜਨਮ ਦਿੱਤਾ ਆ। ਉਹ ਮਾਂ ਕੀ ਕਹਿੰਦੀ, ਤੇਰੀ ਅਸਲੀ ਮਾਂ ਭਾਵੇਂ ਤੈਨੂੰ ਭੁੱਲ ਜਾਵੇ, ਪਰ ਮੈਂ ਤੈਨੂੰ ਭੁੱਲਦਾ ਨਹੀਂ ਆ। ਮੈਂ ਤੈਨੂੰ ਆਪਣੇ ਹਥੇਲੀਆਂ ਉੱਤੇ ਕੀ ਕੀਤਾ ਹੈ ਭਲਾ, ਉਕਰਿਆ ਹੋਇਆ ਆ। ਹੁਣ ਇਹਨੇ ਫੈਸਲਾ ਲੈਣਾ ਆ ਸਰੀਰਕ ਤੌਰ ਦੇ ਉੱਤੇ ਕਿ ਮੈਂ ਆਪਣੀ ਅਸਲੀ ਮਾਂ ਦੇ ਨਾਲ ਖੜਿਆ ਹੋਣਾ ਆ। ਉਸੇ ਤਰ੍ਹਾਂ ਅੱਜ ਦੇ ਨਵਾਂ ਜਨਮ ਪਾਏ ਹੋਏ ਸ਼ਖਸ ਨੇ ਫੈਸਲਾ ਲੈਣਾ ਆ, ਮੈਂ ਅਸਲੀ ਮਾਂ ਰੂਪੀ ਆਪਣੇ ਪਰਮੇਸ਼ਵਰ ਦੇ ਨਾਲ ਖੜੇ ਹੋਣਾ। ਹਾਲੇਲੂਇਆ। ਤੇ ਇਹ ਕਦੋਂ ਫੈਸਲਾ ਲੈਣਾ ਹੈ? ਜਦੋਂ ਲਿਖਿਆ ਮੂਸਾ ਸਿਆਣਾ ਹੋਇਆ। ਤੇ ਅੱਜ ਤੇ ਜਿਹੜੇ ਮਰਜ਼ੀ ਮਸੀਹ ਨੂੰ ਦੇਖ ਲਓ, ਸਿਆਣਾ ਤੇ ਨਜ਼ਰ ਆਉਂਦਾ ਹੀ ਨਹੀਂ। ਅਜੇ ਵੀ ਉਹਦੀਆਂ ਗੱਲਾਂ ਕਿਹੜੀਆਂ ਭਲਾ, ਅਜੇ ਵੀ ਗੱਲਾਂ ਨਿਆਣਿਆਂ ਵਾਲੀਆਂ ਹੀ ਕਰ ਜਾਂਦਾ ਆ। ਸਿਆਣਾ ਹੋਇਆ ਹੀ, ਤੇ ਇਹਨੇ ਪਤਾ ਨਹੀਂ ਮਰਨ ਤੋਂ ਬਾਅਦ ਹੀ ਸਿਆਣਾ ਹੋਣਾ ਹੈ। ਤੇ ਉਦੋਂ ਮਰਨ ਤੋਂ ਬਾਅਦ ਸਿਆਣੇ ਹੋਣ ਦਾ ਕੋਈ ਫਾਇਦਾ ਨਹੀਂ ਆ। ਉਦੋਂ ਤੇ ਜਮਦੂਤ ਖੜਾ ਹੋਣਾ, ਆ ਜਾ ਵੀ ਜਿਹੜੀ ਤੇਰੇ ਲਈ ਜਗ੍ਹਾ ਹੁਣ ਹੈਗੀ ਆ ਉੱਥੇ ਹੀ ਤੈਨੂੰ ਜਾਣਾ ਪੈਣਾ ਹੈ। ਤੇ ਫਿਰ ਫੈਸਲਾ ਕਦੋਂ ਲੈਣਾ ਭਲਾ? ਇਹਨੇ ਮਹਿਲਾ ਰੂਪੀ ਸੁੱਖ ਆਰਾਮ ਦੇ ਵਿੱਚ ਫੈਸਲਾ ਲੈਣਾ ਆ। ਤੇ ਫੈਸਲਾ ਭਲਾ ਕੀ ਲੈਣਾ ਆ? ਮੈਂ ਮਹਿਲ ਰੂਪੀ ਸੁੱਖ ਆਰਾਮ ਨੂੰ ਤਿਆਗਣਾ ਆ। ਤੇ ਅੱਗੇ ਖੜਾ ਕੀ ਹੈ ਫਿਰ? ਜਦੋਂ ਦੇਖਦੇ ਹਾਂ ਸਿਸਟਮ ਕਿ ਜਦੋਂ ਇਹਨੇ ਮਹਿਲਾਂ ਦੇ ਸੁੱਖ ਆਰਾਮ ਨੂੰ ਤਿਆਗਣਾ ਆ, ਤੇ ਫਿਰ ਅੱਗੇ ਸਿਵਾਏ ਦੁੱਖ ਤੋਂ ਹੋਰ ਕੁਛ ਨਹੀਂ ਹੈ। ਪਤਾ ਆ ਵੀ ਅੱਗੇ ਕੀ ਕੁਛ ਹੋਣ ਵਾਲਾ ਆ, ਬਾਵਜੂਦ ਇਹਦੇ ਕਿਉਂਕਿ ਹੁਣ ਸਿਆਣਾ ਹੋ ਗਿਆ ਤੇ ਸਿਆਣਪ ਦੇ ਵਿੱਚ ਫੈਸਲਾ ਲੈਣਾ। ਉਸੇ ਤਰ੍ਹਾਂ ਅੱਜ ਜਿਹੜਾ ਆਪਣੇ ਨੂੰ ਕਹਿੰਦਾ ਕਿ ਮੈਂ ਵਿਸ਼ਵਾਸੀ ਹਾਂ, ਇਮਾਨਦਾਰ ਹਾਂ, ਤੇ ਉਹਨੇ ਵੀ ਫਿਰ ਫੈਸਲਾ ਇਸੇ ਤਰੀਕੇ ਦੇ ਨਾਲ ਲੈਣਾ ਆ। ਤੇ ਉਹਨੂੰ ਇਸੇ ਤਰੀਕੇ ਦੇ ਨਾਲ ਹੀ ਫੈਸਲਾ ਲੈਣਾ ਪਵੇਗਾ, ਕਿਉਂਕਿ ਵਿਸ਼ਵਾਸ ਤੇ ਸਾਨੂੰ ਦੱਸਿਆ ਮੈਂ ਸੁਬਾ ਕਿ ਵਿਸ਼ਵਾਸ ਦਾ ਤੇ ਸਾਨੂੰ ਸਿਰਫ ਤਰੀਕਾ ਹੀ ਉਹ ਦੱਸਿਆ ਗਿਆ, ਜਿਹੜਾ ਵਿਸ਼ਵਾਸ ਕਰੇਗਾ ਉਹਦੇ ਨਾਲ ਇਹ ਨਿਸ਼ਾਨ ਹੋਣਗੇ। ਕੀ ਦੱਸਦੇ ਪਹਿਲਾਂ ਸਾਨੂੰ ਤੇ ਨਿਸ਼ਾਨ ਹੀ ਦੱਸੀ ਜਾਂਦੇ ਮਰਕਸ 16:16 ਦੇ, ਜਿਹੜਾ ਵਿਸ਼ਵਾਸ ਕਰੇਗਾ ਉਹਦੇ ਨਾਲ ਇਹ ਨਿਸ਼ਾਨ ਹੋਣਗੇ। ਉਹ ਕੀ ਕਰੂਗਾ ਜੀ? ਉਹ ਭੂਤਾਂ ਨੂੰ ਕੱਢੇਗਾ, ਮੁਰਦਿਆਂ ਨੂੰ ਜਵਾਲੇਗਾ, ਅੰਨੇ ਭਾਸ਼ਾ ਬੋਲੇਗਾ, ਅਗਰ ਕੋਈ ਉਹ ਚੀਜ਼ ਵੀ ਪੀ ਲਵੇ ਜ਼ਹਿਰ ਵਾਲੀ ਤਾਂ ਉਹਦਾ ਕੁਛ ਵੀ ਨਹੀਂ ਵਿਗੜੇਗਾ। ਉਹ ਰੋਗੀਆਂ 'ਤੇ ਹੱਥ ਰੱਖੂਗਾ ਤੇ ਰੋਗੀ, ਇਹ ਵਿਚਾਰਾ ਇਹ ਮੰਨ ਲੈ ਕੇ ਸਾਰੀ ਜ਼ਿੰਦਗੀ ਕੱਢ ਦਿੰਦਾ। ਬਿਮਾਰਾਂ ਬੂਰਾਂ ਚੰਗੇ, ਆਪ ਵੀ ਬਿਮਾਰ ਆ ਤੇ ਬਿਮਾਰਾਂ ਨੂੰ ਚੰਗੇ ਤੇ ਬਿਮਾਰਾਂ ਦੀ ਸੇਵਕਾਈ। ਕਿਉਂਕਿ ਇਹਨੂੰ ਵਿਚਾਰੇ ਨੂੰ ਗਲਤਫਹਿਮੀ ਵਿੱਚ ਪਾ ਦਿੱਤਾ ਗਿਆ ਸ਼ੁਰੂ ਤੋਂ। ਤੇ ਇਹਦਾ ਵਿਸ਼ਵਾਸ ਕਿੱਥੋਂ ਤੱਕ ਰਹਿ ਗਿਆ? ਵਿਸ਼ਵਾਸ ਦਾ ਲੈਵਲ ਸਿਰਫ ਬਿਮਾਰਾਂ ਬੂਰਾਂ ਚੰਗੇ ਚੁੰਗੇ ਕਰਦਾ। ਇਹ ਕੋਈ ਕਦੇ ਗਲਤੀ ਨਾ ਕੋਈ ਪ੍ਰਭੂ ਕਿਸੇ ਮੁਰਦੇ ਨੂੰ ਜਿੰਦਾ ਕਰੀ ਜਾਵੇ ਤੇ ਇਹਦਾ ਘਮੰਡ ਹੋਰ 7ਵੇਂ ਅਸਮਾਨ ਤੱਕ ਪਹੁੰਚ ਜਾਂਦਾ। ਤੇ ਇਹ ਇੱਦਾਂ ਕਈ ਵਾਰੀ ਆਪਣੇ ਆਪ ਨੂੰ ਪੇਸ਼ ਕਰਦਾ ਜਿੱਦਾਂ ਮੁਰਦਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਨਹੀਂ, ਭਲ ਕੇ ਇਹਨੇ ਜਿੰਦਾ ਕਰ ਦਿੱਤਾ ਹੈ। ਫਿਰ ਤਾੜੀਆਂ ਬੜੀਆਂ ਵੱਜਦੀਆਂ, ਲੋਕੀ ਤਾੜੀਆਂ ਜਦੋਂ ਬਹੁਤ ਮਾਰਦੇ, ਮੁਰਦਾ ਜਿੰਦਾ ਹੋਇਆ ਤਾੜੀਆਂ ਮਾਰ ਦਿਓ। ਹਾਂਜੀ, ਕਿਹਦੇ ਲਈ ਮਾਰਨ ਡਏ ਇਹ ਪਤਾ ਹੀ ਨਹੀਂ ਹੁੰਦਾ। ਤੇ ਪਾਦਰੀ ਵਿਚਾਰਾ ਐਡਾ ਕਿ ਖਤਰਨਾਕ ਤਰੀਕੇ ਦੇ ਨਾਲ ਹੁੰਦਾ, ਕਹਿੰਦਾ ਕੋਈ ਕਹਿੰਦਾ ਗਵਾਹੀ ਦੇਣੀ ਹੈ, ਤੇ ਉਹ ਕਹਿੰਦਾ ਗਵਾਹੀ ਜੇ ਤੇ ਮੇਰੇ ਵਾਲੀ ਦੇਣੀ ਹੈ ਤੇ ਫੇਰ ਤੇ ਠੀਕ ਆ। ਦੂਸਰੇ ਚਰਚ ਦੀ, ਦੂਸਰੇ ਪਾਦਰੀ ਦੀ ਗਵਾਹੀ ਤੂੰ ਇਸ ਪੁਲਪਟ ਤੇ ਨਹੀਂ ਦੇ ਸਕਦਾ। ਕੋ ਦਾਵਾ ਕੀ ਕਰਨਾ ਚਾਹੁੰਦਾ? ਉਹ ਦੱਸਣਾ ਚਾਹੁੰਦਾ ਇਹ ਪੁਲਪਟ ਜੇ ਤੇ ਤੂੰ ਗਵਾਹੀ ਦੇਣੀ, ਇਹ ਪੁਲਪਟ ਮੇਰਾ ਆ। ਕਿਹਦਾ ਭਲਾ? ਇਸ ਲਈ ਇਸ ਮੇਰੇ ਪੁਲਪਟ ਤੇ ਤੂੰ ਮੇਰੀ ਗਵਾਹੀ ਦੇ ਸਕਦਾ। ਭੁੱਲ ਜਾਂਦਾ ਇਹ ਤੇਰਾ ਪੁਲਪਟ ਨਹੀਂ, ਇਹ ਪੁਲਪਟ ਤੈਨੂੰ ਕਿਸੇ ਨੇ ਦਿੱਤਾ ਆ। ਤੇ ਇਸ ਪੁਲਪਟ ਤੇ ਇੱਜ਼ਤ ਮਹਿਮਾ ਜਲਾਲ ਉਹਨੇ ਮਿਲਣਾ ਚਾਹੀਦਾ। ਇਸ ਕਰਕੇ ਗਵਾਹੀ ਵੀ ਫਿਰ ਉਹਦੇ ਹੀ ਨਾਮ ਦੀ ਹੋਣੀ ਚਾਹੀਦੀ। ਤੇਰੇ ਕਰਕੇ ਤੇਰੇ ਨਾਮ ਦੀ ਗਵਾਹੀ ਨਹੀਂ ਚੱਲਣੀ। ਲੇਕਿਨ ਇਹਨੂੰ ਭੁਲੇਖਾ ਵੀ ਪਿਆ ਗਿਆ। ਇਹਨੂੰ ਵਿਸ਼ਵਾਸ ਦੀ ਪਰਿਭਾਸ਼ਾ ਜਿਹੜੀ ਸੀ ਉਹ ਸਿਰਫ ਇੰਨੀ ਕਿ ਦੱਸੀ ਗਈ, ਇਹਨੂੰ ਅਗਲਾ ਵਿਸ਼ਵਾਸ ਦੱਸਿਆ ਹੀ ਨਹੀਂ ਗਿਆ। ਇਹਨੂੰ ਅਗਲੇ ਵਿਸ਼ਵਾਸ ਬਾਰੇ ਪਤਾ ਹੀ ਨਹੀਂ ਹੈ। ਇਸ ਕਰਕੇ ਇਹ ਵਿਚਾਰਾ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਖੁਸ਼ ਆ। ਪਰ ਲਿਖਿਆ ਮੂਸਾ ਸਿਆਣਾ ਹੋ ਗਿਆ, ਹੈ ਨਾ। ਸਿਆਣਾ ਹੋਣ ਦੀ ਵਜ੍ਹਾ ਕਰਕੇ ਉਹਨੇ ਸਿਆਣਿਆਂ ਵਾਲਾ ਫੈਸਲਾ ਲਿਆ। ਅੱਜ ਹਰੇਕ ਇਮਾਨਦਾਰ ਨੂੰ ਜਿਹੜਾ ਮਸੀਹ ਦੇ ਵਿੱਚ ਸਿਆਣਾ ਹੋ ਗਿਆ ਹੈ, ਉਹਨੂੰ ਮੂਸਾ ਦੀ ਤਰ੍ਹਾਂ ਫੈਸਲਾ ਲੈਣ ਦੀ ਜ਼ਰੂਰਤ ਆ। इब्रानियों 11:25 ਵਿੱਚ ਲਿਖਿਆ, इसलिए कि उसे पाप में थोड़े दिन के सुख भोगने से परमेश्वर के लोगों के साथ दुख भोगना और उत्तम लग्या। की लग्या भला? पाप दे विच थोड़े दिन दे सुख भोगण नालों ਉਹ ਜਿਹੜਾ ਥੋੜ੍ਹੇ ਦਿਨ ਦਾ ਸੁੱਖ ਭੋਗਦਾ ਪਿਆ, ਉਹਦੇ ਬਾਰੇ ਬਾਈਬਲ ਭਲਾ ਕੀ ਦੱਸਦੀ ਹੈ ਭਈਆ? ਉਹ ਸੁੱਖ ਦੇ ਪਿੱਛੇ ਖੜਾ ਕੌਣ ਹੈ ਭਲਾ? ਪਾਪ ਜਿਹਨੇ ਇਨਸਾਨ ਨੂੰ ਕੀ ਬਣਾਇਆ ਹੈ ਭਲਾ? ਆਪਣਾ
ਤੇ ਅੱਜ ਜੇ ਅਸੀਂ ਸੁੱਖ ਦੀ ਆਸ਼ਾ ਰੱਖ ਕੇ ਬੈਠੇ ਹਾਂ ਤੇ ਫਿਰ ਅਸੀਂ ਖੁਦਾ ਦੇ ਬੇਟੇ ਨਹੀਂ ਆ, ਬਲਕਿ ਕੀ ਆ ਭਲਾ? ਪਾਪ ਦੇ ਕੀ ਆ? ਪਾਪ ਦੇ ਕੀ ਆ ਭਲਾ? ਇਹ ਸਿੱਧਾ ਸਿੱਧਾ ਮੈਂ ਥੋੜੀ ਕਹਿ ਰਿਹਾ, ਵਚਨ ਕਹਿ ਰਿਹਾ ਹੈ। ਜੇ ਤੇ ਮੈਂ ਕਹਾਂ ਤੇ ਫਿਰ ਝੂਠਾ, ਤੇ ਜੇ ਵਚਨ ਕਹਿੰਦਾ ਤੇ ਫਿਰ ਤੇ ਜੇ ਅਸੀਂ ਵਚਨ ਦੇ ਉੱਤੇ ਈਮਾਨ ਰੱਖਦੇ ਹਾਂ ਤੇ ਫਿਰ ਵਚਨ ਨੂੰ ਕਬੂਲ ਕਰਨਾ ਵੀ ਪੈਣਾ। ਤੇ ਜੇ ਅਸੀਂ ਵਚਨ ਦੇ ਉੱਤੇ ਈਮਾਨ ਰੱਖਦੇ ਹਾਂ ਫਿਰ ਵਚਨ ਨੂੰ ਮੰਨਣਾ ਵੀ ਪੈਣਾ। ਜੇ ਅਸੀਂ ਵਚਨ 'ਤੇ ਈਮਾਨ ਰੱਖਦੇ ਹਾਂ ਫਿਰ ਵਚਨ ਦੇ ਅਨੁਸਾਰ ਚੱਲਣਾ ਵੀ ਪੈਣਾ। ਤੇ ਜੇ ਅਸੀਂ ਕਰਨਾ ਹੀ ਕੁਛ ਨਹੀਂ ਹੈ ਤੇ ਫਿਰ ਮੈਂ ਕਈ ਵਾਰੀ ਕਹਿੰਦਾ ਨਾ, ਫਿਰ ਵਚਨ ਨੂੰ ਸੁਣੋ ਹੀ ਨਾ। ਫਿਰ ਕੀ ਕਰੋ ਭਲਾ? ਕਿਉਂਕਿ ਵਚਨ ਸੁਣ ਕੇ ਵੀ ਅਸੀਂ ਆਪਣੇ ਉੱਤੇ ਪਾਪ ਚੜਾਉਂਦੇ ਹਾਂ। ਫਿਰ ਜੇ ਉਹਨੂੰ ਪੂਰਾ ਨਹੀਂ ਨਾ ਕਰਨਾ, ਕਿਉਂਕਿ ਲਿਖਿਆ ਅੰਤ ਦਿਨ ਇਹ ਸੁਣਿਆ ਹੋਇਆ ਵਚਨ ਤੈਨੂੰ ਦੋਸ਼ੀ ਠਹਿਰਾਊਗਾ। ਪ੍ਰਭੂ ਯਿਸੂ ਮਸੀਹ ਕਹਿੰਦਾ ਮੈਂ ਨਹੀਂ ਠਹਿਰਾਊਂਗਾ, ਬਲਕਿ ਅੰਤ ਦੇ ਦਿਨ ਇਹ ਸੁਣਿਆ ਹੋਇਆ ਵਚਨ ਹੀ ਸਾਨੂੰ ਦੋਸ਼ੀ ਠਹਿਰਾਉਣ ਵਾਲਾ ਆ। ਇਸ ਲਈ ਫਿਰ ਸਾਨੂੰ ਸਮਝਣਾ ਪੈਣਾ ਕਿ ਮਸੀਹ ਯਿਸੂ ਦੇ ਵਿੱਚ ਸਾਡਾ ਈਮਾਨ ਜਿਹੜਾ ਆ ਉਹਦਾ ਲੈਵਲ ਕਿੱਡਾ ਵੱਡਾ ਹੋਣਾ ਚਾਹੀਦਾ। ਹਾਲੇਲੂਇਆ। ਤੇ ਜਦੋਂ ਅਸੀਂ ਈਮਾਨ ਦੀਆਂ ਗਵਾਹੀਆਂ ਦੇਣੀਆਂ ਫਿਰ ਸਾਡਾ ਈਮਾਨ ਉਸੇ ਪ੍ਰਕਾਰ ਦਾ ਹੋਣਾ ਵੀ ਚਾਹੀਦਾ ਆ, ਤਾਂ ਕਿ ਕੋਈ ਸਾਨੂੰ ਸਾਡੇ ਈਮਾਨ ਦੇ ਵਿੱਚ ਫੜ ਨਾ ਲਵੇ। ਸਾਡੇ ਈਮਾਨ ਦੇ ਵਿੱਚ ਕੀ ਕਰੇ ਭਲਾ? ਕੋਈ ਸਾਨੂੰ ਫੜ ਨਾ ਲਵੇ। ਫਿਰ ਉਸ ਹਿਸਾਬ ਦਾ ਚੱਲਣਾ ਸੀ। ਤੇ ਕੀ ਲਿਖਿਆ ਵੀ ਉਸਨੇ इसलिए उसे पाप में थोड़े दिन के सुख भोगने से। किन्ने दिन भला? आप वैसे देखते पापी के दिन बाबा ही होंगे है ना, उम्र भी लंबियां भोगदा, क्योंकि शरीरक तरीके दे नाल शरीर नूं सही रखने वास्ते उहदे कोल एक्सरसाइजां लई जिम हुंदियां हैं, अच्छे अच्छे खाने होंगे। जिद्दां असीं देखदे मुकेश अंबानी दी घर वाली पता नहीं लाख 1.5 लाख रुपए की चाह पींदी है एक कप जिहड़ा है ना। तो उस हिसाब के नाल मतलब तंदुरुस्ती तो रहनी ना, जिहड़ी हुण लाख 1.5 लाख रुपए का कप पींदी है तो वो तो फिर ठीक ठीक ही रहनी है ना। तो इसदा मतलब लंबी जी होगी। तो इत्थे वचन की दसदा भला पाप में थोड़े दिन के सुख, जिन्हों असीं लंबी उम्र समझते ना इस जहान दे विच भी शायद मैं 100 साल 150 साल जीऊँगा, उहदे बारे वचन की दसदा भला पाप दे विच किहड़े दिन भला? थोड़े दिन। तो मूसा कितनी देर जिया भला? 120 साल। पाप दे विच दिन नहीं सी। ये देखिया ना इन्हां दे अंत किद्दां हुंदे आ। साडे देश के प्रधानमंत्री दी जिहड़े पिछले दिनां च मौत हुई है वाजपेयी साहब दी, ਉਹਦਾ अंत ਜਿਹੜਾ ਸੀ ना ਉਹ ਇਹਨਾਂ ਦਿਖਾਇਆ नहीं, तो कुछ जानकारां ने फिर उस गल ਨੂੰ लीक ਕੀਤਾ। ਕਿੱਦਾਂ अंत ਦੇ ਦਿਨਾਂ ਵਿੱਚ ਉਹਦੇ ਮੂੰਹ 'ਚੋਂ ਲਾਰਾਂ ਟਪਕਦੀਆਂ ਸੀਗੀਆਂ, ਕਿੱਦਾਂ ਉਹਦੇ ਕੋਲ ਬੋਲਿਆ ਨਹੀਂ ਸੀ ਜਾਂਦਾ, ਕਿੱਦਾਂ ਉਹਦੀ ਜ਼ੁਬਾਨ ਜਿਹੜੀ ਸੀ ਪੁੱਠੀ ਹੋ ਗਈ ਸੀ। ਤੇ ਅੰਤ ਜਿਹੜਾ ਸੀਗਾ ਉਹ ਇਸ ਤਰੀਕੇ ਦਾ ਹੋਇਆ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ, ਜਿਹੜਾ ਨਾਮੀ ਪ੍ਰਧਾਨ ਮੰਤਰੀ, ਕੋਈ ਆਮ ਪ੍ਰਧਾਨ ਮੰਤਰੀ ਨਹੀਂ ਸੀ, ਜਿਹਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਿੱਧ ਕੀਤਾ, ਟੱਕਰ ਲਈ ਸੀ। ਉਹਦਾ ਅੰਤ ਐਸਾ ਹੋਇਆ। ਔਰ ਇਹ ਕਿਸੇ ਦਾ ਵੀ ਹੋ ਸਕਦਾ ਹੈ ਨਾ, ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ਲਈ ਵਚਨ ਦੱਸਦਾ ਆ ਇਹ ਜਿਹੜੇ ਰੁਤਬਿਆਂ ਨੂੰ, ਜਿਹੜੀਆਂ ਸ਼ੌਹਰਤਾਂ ਨੂੰ ਅਸੀਂ ਬਹੁਤ ਵੱਡੀ ਚੀਜ਼ ਸਮਝਦੇ ਨਾ, ਇਹ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਪਾਪ ਦੇ ਵਿੱਚ ਬਿਤਾਏ ਜਾਣ ਵਾਲੇ ਥੋੜ੍ਹੇ ਜਿਹੇ ਦਿਨ ਹੈ। ਤੇ ਮੂਸਾ ਨੇ ਇਹਨਾਂ ਦਿਨਾਂ ਨੂੰ ਨਹੀਂ ਚੁਣਿਆ। ਤੇ ਜੇ ਮੂਸਾ ਨੇ ਇਹਨਾਂ ਦਿਨਾਂ ਨੂੰ ਨਹੀਂ ਚੁਣਿਆ, ਜਿਉਂਦਾ ਮੂਸਾ ਵੀ 120 ਸਾਲ ਰਿਹਾ, ਲੇਕਿਨ ਪਾਪ ਦੇ ਵਿੱਚ ਨਹੀਂ 120 ਸਾਲ ਬਿਤਾਏ ਉਹਨੇ। ਕਾਹਦੇ ਵਿੱਚ ਬਿਤਾਏ ਭਲਾ? ਉਹਨੇ ਧਰਮ ਦੇ ਵਿੱਚ 120 ਸਾਲ ਬਿਤਾਏ। ਮੂਸਾ ਨੇ ਮਹਿਲ ਦੇ ਵਿੱਚ ਵੀ ਪਾਪ ਨਹੀਂ ਕੀਤਾ। ਮਹਿਲ ਦੇ ਵਿੱਚ ਰਹਿਣਾ ਉਹਦੀ ਬਚਪਨੇ ਦੇ ਕਾਰਨ ਉਹਦੇ ਵੱਸ ਵਿੱਚ ਨਹੀਂ ਸੀ, ਲੇਕਿਨ ਸਿਆਣਾ ਹੋਇਆ ਤੇ ਮਹਿਲ ਨੂੰ ਛੱਡ ਦਿੱਤਾ। ਲੇਕਿਨ ਮਹਿਲ ਦੇ ਵਿੱਚ ਰਹਿ ਕੇ ਵੀ ਉਹਨੇ ਪਾਪ ਨਹੀਂ ਕੀਤਾ। ਔਰ 120 ਸਾਲ ਦਾ ਮੂਸਾ ਵਚਨ ਦੱਸਦਾ ਆ ਮੂਸਾ ਦੀ ਤਾਕਤ ਦੇ ਵਿੱਚ ਕੋਈ ਕਮੀ ਨਹੀਂ ਸੀ। ਉਹਦੀ ਤਾਕਤ ਦੇ ਵਿੱਚ ਕੋਈ ਕਮੀ ਨਹੀਂ। ਜੈਸਾ ਉਹ ਜਵਾਨੀ ਦੇ ਵਿੱਚ ਸੀ ਵੈਸਾ ਹੀ 120 ਸਾਲ ਦੀ ਉਮਰ ਦੇ ਵਿੱਚ ਵੀ ਸੀਗਾ। ਸੋ ਕਈ ਵਾਰੀ ਸਾਨੂੰ ਲੱਗਦਾ ਜੇ ਧਰਮ ਦੇ ਵਿੱਚ ਦਿਨ ਬਿਤਾਏ ਨਾ ਤਾਂ ਮੁਸ਼ਕਿਲ ਹੋ ਜਾਣੀ ਹੈ ਨਾ। ਉਹਦੇ ਲਈ ਫਿਰ ਮੂਸਾ ਨੂੰ ਪੜ੍ਹ ਲਓ ਕਿ ਮੂਸਾ ਨੂੰ ਕੋਈ ਫਰਕ ਪਿਆ ਨਹੀਂ, ਇੱਕੋ ਹੀ ਜ਼ੋਰ ਰਿਹਾ ਮੂਸਾ ਦਾ, ਉਹਦੇ ਤੋਂ ਕੋਈ ਫਰਕ ਆਇਆ नहीं है। तो ये बारे लिखा भी थोड़े दिन के सुख भोगने से परमेश्वर के लोगों के साथ दुख भोगना और भी उत्तम लगा। तो दुख किहਨਾਂ ਦੇ ਨਾਲ मिल के असीं भोगीए? बोली परमेश्वर दे लोग
ਸਾਡਾ ਘਰਾਣਾ ਕਿਹੜਾ ਭਲਾ? ਪਰਮੇਸ਼ਵਰ ਦਾ ਘਰਾਣਾ। ਤੇ ਫਿਰ ਅਸੀਂ ਕਿਹਨਾਂ ਦੇ ਨਾਲ ਮਿਲ ਕੇ ਦੁੱਖ ਭੋਗੀਏ? ਆਪਣੇ ਲੋਕਾਂ ਦੇ ਨਾਲ ਮਿਲ ਕੇ ਦੁੱਖ ਭੋਗੀਏ। ਬਚेंगे ਦਾਦਾ ਭਲਾ ਦੁੱਖ ਭੋਗਣਾ ਕਿਹਨਾਂ ਦੇ ਨਾਲ ਮਿਲ ਕੇ? ਆਪਣੇ ਘਰਾਣੇ ਦੇ ਨਾਲ ਮਿਲ ਕੇ। ਤੇ ਅਸੀਂ ਤੇ ਆਪਣੇ ਘਰਾਣੇ ਨਾਲ ਮਿਲ ਕੇ ਰਹਿਣਾ ਤਾਂ ਚਾਹੁੰਦੇ ਜੇ ਘਰਾਣੇ ਤੋਂ ਕੋਈ ਫਾਇਦਾ ਹੁੰਦਾ ਹੋਵੇ ਤੇ। ਹਾਂਜੀ, ਜੇ ਤੇ ਘਰਾਣਾ ਫਾਇਦਾ ਦਿੰਦਾ ਫਿਰ ਤਾਂ ਠੀਕ ਹੈ, ਜੇ ਸੁੱਖ ਦਿੰਦਾ ਫਿਰ ਤਾਂ ਠੀਕ ਹੈ। ਜੇ ਦੁੱਖ ਦੇ ਵਿੱਚ ਕਿਹੜਾ ਘਰਾਣੇ ਦੇ ਨਾਲ ਚੱਲਦਾ? ਇੱਕ ਤੇ ਹੋ ਗਈ ਸਰੀਰਕ ਗੱਲ ਤੇ ਦੂਸਰੀ ਹੋ ਗਈ ਆਤਮਿਕ ਗੱਲ ਕਿ ਸਰੀਰਕ ਤੌਰ 'ਤੇ ਇਨਸਾਨ ਜਿਹੜਾ ਆ ਉਹ ਇੱਦਾਂ ਦੇ ਫੈਸਲੇ ਲੈ ਲੈਂਦਾ, ਲੇਕਿਨ ਆਤਮਿਕ ਤੌਰ 'ਤੇ ਸਾਨੂੰ ਦੇਖਣਾ ਪੈਣਾ ਵੀ ਅਸੀਂ ਮੂਸਾ ਦੀ ਤਰ੍ਹਾਂ ਆਪਣੇ ਘਰਾਣੇ ਦੇ ਨਾਲ, ਯਾਨੀ ਕਿ ਪਰਮੇਸ਼ਵਰ ਦੇ ਘਰਾਣੇ ਦੇ ਨਾਲ, ਇਸ ਮਸੀਹੀ ਸਮਾਜ ਦੇ ਨਾਲ, ਇਸ ਜਾਜਕਾਂ ਦੀ ਮੰਡਲੀ ਦੇ ਨਾਲ, ਇਸ ਸ਼ਾਹੀ ਮੰਡਲੀ ਦੇ ਨਾਲ ਅਸੀਂ ਕੀ ਭੋਗਣਾ ਭਲਾ? ਦੁੱਖ ਭੋਗਣਾ। ਮੈਂ ਦੱਸਿਆ ਸੀਗਾ ਸੁਬਾ ਕਿ ਲਿਖਿਆ ਕਿ ਜਿਹੜਾ ਭਗਤੀ ਦੇ ਨਾਲ ਉਮਰ ਬਿਤਾਉਣੀ ਚਾਹੁੰਦਾ ਉਹ ਸਤਾਇਆ ਜਾਊਗਾ। ਕੀ ਹੋਗਾ ਭਲਾ? ਜਿਹੜਾ ਭਗਤੀ ਦੇ ਨਾਲ ਉਮਰ ਬਿਤਾਉਣੀ ਚਾਹੁੰਦਾ ਕੀ ਹੋਗਾ ਭਲਾ? ਸਤਾਇਆ ਜਾਊਗਾ। ਇਸ ਕਰਕੇ ਇਹ ਉਮੀਦ ਛੱਡਦੀ ਹੈ ਵੀ ਜੇ ਅਸੀਂ ਭਗਤੀ ਕਰਾਂਗੇ ਤਾਂ ਸਾਨੂੰ ਖਰੇ ਬੜੀ ਇੱਜ਼ਤ ਮਹਿਮਾ ਜਲਾਲ ਮਿਲਣ ਵਾਲਾ ਲੋਕਾਂ ਵੱਲੋਂ ਨਹੀਂ ਮਿਲਣਾ, ਬਲਕਿ ਕੀ ਹੋਣਾ? ਅਸੀਂ ਸਤਾਏ ਜਾਣਾ। ਇਸੇ ਲਈ ਪੌਲੁਸ ਕਹਿੰਦਾ ਮੈਂ ਉਹਦੇ ਜ਼ਖਮਾਂ ਨੂੰ ਆਪਣੇ ਸਰੀਰ ਦੇ ਉੱਤੇ ਲਈ ਫਿਰਦਾ। ਇਸ ਲਈ ਉਹ ਲਿਖਦਾ ਹੈ ਵੀ ਅਸੀਂ ਬੜੇ ਦੁੱਖ ਸਹਿ ਕੇ ਉਹਦੀ ਬਾਦਸ਼ਾਹ ਦੇ ਵਿੱਚ ਦਾਖਲ ਹੋਣਾ ਹੈ। ਸੋ ਕਿਉਂ? ਇਹ ਮੂਸਾ ਹੋਣਾ ਨੂੰ ਪਰਮੇਸ਼ਵਰ ਨੇ ਸਾਡੇ ਲਈ ਇੱਕ ਉਦਾਹਰਨ ਬਣਾ ਕੇ ਪਹਿਲਾਂ ਤੋਂ ਰੱਖ ਛੱਡਿਆ ਤਾਂ ਕਿ ਅਸੀਂ ਈਮਾਨ ਦੇ ਵਿੱਚ ਕਮਜ਼ੋਰ ਨਾ ਹੋਈਏ। ਔਰ ਮੂਸਾ ਹੋਣਾ ਤੋਂ ਵੱਖਰੇ ਤਰੀਕੇ ਦੇ ਨਾਲ ਸਾਨੂੰ ਬੁਲਾਇਆ ਅਤੇ ਵੱਖਰੇ ਤਰੀਕੇ ਦੇ ਨਾਲ ਠਹਿਰਾਇਆ, ਇਸ ਲਈ ਕਿ ਅਸੀਂ ਉਹਨਾਂ ਦੇ ਅਤੇ ਆਪਣੇ ਫਰਕ ਨੂੰ ਵੀ ਸਮਝ ਸਕੀਏ ਅਤੇ ਨਾਲ ਇਹ ਸਮਝ ਸਕੀਏ ਕਿ ਹੁਣ ਸਾਨੂੰ ਮੂਸਾ ਨਾਲੋਂ ਕਿਤੇ ਜ਼ਿਆਦਾ ਹੋਰ ਜ਼ਬਰਦਸਤ ਤਰੀਕੇ ਦੇ ਨਾਲ ਚੱਲਣ ਦੀ ਲੋੜ ਆ। ਇਸ ਲਈ ਅਸੀਂ ਹੁਣ ਫੈਸਲਾ ਜਿਹੜਾ ਲੈਣਾ ਆ ਉਹ ਵਚਨ ਦੇ ਅਨੁਸਾਰ ਲਵਾਂਗੇ। ਅਤੇ ਲਿਖਿਆ ਵੀ ਉਹਨੇ ਉੱਤਮ ਜਾਣਿਆ, ਚੰਗਾ ਲੱਗਾ ਉਹਨੂੰ ਦੁੱਖ ਭੋਗਣਾ ਆਪਣੇ ਲੋਕਾਂ ਦੇ ਨਾਲ। ਉਹਨੂੰ ਦੁੱਖ ਦੀ ਵਜ੍ਹਾ ਨਹੀਂ ਲੱਗੀ, ਬਲਕਿ ਕੀ ਲੱਗਾ ਭਲਾ? ਇਹ ਉਹਨੂੰ ਚੰਗੀ ਗੱਲ ਲੱਗੀ। ਜਿਵੇਂ ਪੌਲੁਸ ਸਭ ਕੁਝ ਛੱਡ ਕੇ ਤੇ ਹਰ ਦਿਨ ਦੁੱਖ ਭੋਗਦਾ ਨਾ, ਲੇਕਿਨ ਉਹੀ ਪੌਲੁਸ ਕੀ ਲਿਖਦਾ ਪਿਆ? ਪ੍ਰਭੂ ਮੈਂ ਸਦਾ ਆਨੰਦਿਤ ਰਹੋ। ਫਿਰ ਮੈਂ ਕਹਿਤਾ ਹੂੰ ਆਨੰਦਿਤ। ਤੁਹਾਡਾ ਹੀ ਖਿਆਲ ਜਿਹੜਾ ਲੋਕਾਂ ਨੂੰ ਕਹਿੰਦਾ ਆਨੰਦਿਤ ਰਹੋ, ਆਪ ਦੁਖੀ ਸੀ? ਅਸੀਂ ਲੋਕਾਂ ਨੂੰ ਆਨੰਦਿਤ ਰਹਿਣ ਲਈ ਕਹਿੰਦੇ, ਜਦੋਂ ਆਪਣੀ ਵਾਰੀ ਆਉਂਦੀ ਨਾਲ ਹੀ ਸੀਟੀਆਂ ਨਿਕਲ ਜਾਂਦੀਆਂ ਉਸੇ ਟਾਈਮ ਹੀ। ਹੈ ਨਾ, ਦੂਜੇ ਨੂੰ ਕਹਿਣਾ ਸੌਖਾ ਅਤੇ ਆਪਣੀ ਆਪ ਚੱਲਣਾ ਔਖਾ। ਲੇਕਿਨ ਪੌਲੁਸ ਦੀ ਜ਼ਿੰਦਗੀ ਨੂੰ ਭਲਾ ਕੀ ਦੇਖਦੇ ਆ? ਪੌਲੁਸ ਜਿਹੜਾ ਕਹਿੰਦਾ ਲੋਕਾਂ ਨੂੰ ਵੀ ਪ੍ਰਭੂ ਵਿੱਚ ਸਦਾ ਆਨੰਦਿਤ, ਸਦਾ। ਫਿਰ ਕਹਿੰਦਾ ਆਨੰਦਿਤ ਰਹੋ। ਐਵੇਂ ਨਹੀਂ ਕਹਿੰਦਾ, ਉਹ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਨਮੂਨਾ ਕਰਕੇ ਰੱਖਦਾ। ਹੋ ਸਕਦਾ ਜਿਸ ਸਮੇਂ ਇਹ ਗੱਲ ਲਿਖ ਰਿਹਾ ਹੋਵੇ ਉਸ ਸਮੇਂ ਤੀਜੀ ਕੁ ਵਾਰੀ ਉਹਦੀ ਪਿੱਠ ਦੇ ਉੱਤੇ 39 ਕੋੜੇ ਵੱਜੇ ਹੋਣ ਅਤੇ ਪਿੱਛੇ ਮੇਰੇ ਵਰਗਾ ਕੋਈ ਚੇਲਾ ਉਹਦੀ ਮਲਮ ਪੱਟੀ ਕਰਦਾ ਹੋਵੇ, ਹੈ ਨਾ, ਕੋਈ ਸੇਕ ਸੁਕ ਦਿੰਦਾ ਹੋਵੇ, ਅਤੇ ਉਸ ਸਮੇਂ ਪੌਲੁਸ ਕੀ ਲਿਖਦਾ ਪਿਆ ਭਲਾ? ਪ੍ਰਭੂ ਵਿੱਚ ਸਦਾ ਕੋੜੇ ਖਾਇਆ ਹੋਇਆ ਪੌਲੁਸ ਕੀ ਲਿਖਦਾ ਪਿਆ? ਪ੍ਰਭੂ ਵਿੱਚ ਸਦਾ ਆਨੰਦਿਤ ਰਹੋ। ਅਤੇ ਉਹਦੇ ਆਨੰਦ ਨੂੰ ਨਾਲ ਦੇ ਸਾਥੀ ਕੀ ਭਲਾ ਕਰਦੇ ਪਏ ਆ? ਦੇਖਦੇ ਪਏ ਆ। ਇਹ ਆ ਵਿਸ਼ਵਾਸ ਦਾ ਲੈਵਲ। ਅਤੇ ਜੇ ਇਹੋ ਜਿਹੇ ਦੁੱਖ ਵਿੱਚ ਜਾ ਕੇ ਬੰਦਾ ਘਬਰਾ ਜਾਵੇ ਅਤੇ ਫਿਰ ਗੱਲ ਖਤਮ ਹੋ ਗਈ। ਫਿਰ ਵਿਸ਼ਵਾਸ ਦੀ ਗੱਲ ਕਰਨ ਦਾ ਕੋਈ ਹੱਕ ਵੀ ਬਣਦਾ? ਫਿਰ ਵਿਸ਼ਵਾਸ ਦੀ ਗੱਲ ਕਰਨ ਦਾ ਹੱਕ ਹੀ ਨਹੀਂ ਗਾ। ਵਿਸ਼ਵਾਸ ਤਾਂ ਅਣਦੇਖੀ ਚੀਜ਼ ਦੇ ਲਈ ਆ, ਦੇਖੀ ਹੋਈ ਚੀਜ਼ ਦੇ ਲਈ ਕਾਹਦਾ ਵਿਸ਼ਵਾਸ? ਇਸ ਲਈ ਲਿਖਿਆ ਜਿਹੜੀਆਂ ਚੀਜ਼ਾਂ ਨਾ ਕਦੇ ਦੇਖੀਆਂ ਗਈਆਂ ਅਤੇ ਨਾ ਕੰਨੀ ਸੁਣੀਆਂ ਗਈਆਂ, ਪਰਮੇਸ਼ਵਰ ਨੇ ਆਪਣੇ ਪਿਆਰਿਆਂ ਦੇ ਲਈ ਉਹ ਚੀਜ਼ਾਂ ਤਿਆਰ ਕਰਕੇ ਰੱਖੀਆਂ। ਅਤੇ ਸਾਡੇ ਕਈ ਐਸੇ, ਮਤਲਬ ਕਹਿਣ ਦਾ ਭਾਵ ਵੀ ਮੈਂ ਕੀ ਕਹਾਂ, ਕਈ ਲੋਕ ਗੁੱਸਾ ਕਰ ਜਾਂਦੇ, ਕਹਿੰਦੇ ਕਈ ਵਾਰੀ ਤੁਸੀਂ ਸਖਤ ਲਫ਼ਜ਼ ਬੜੇ ਕਹਿ ਜਾਂਦੇ। ਅਤੇ ਫਿਰ ਮੈਂ ਕਹਿੰਦਾ ਨਾ ਕੀ ਕਰੀਏ? ਫਿਰ ਜੇ ਪੌਲੁਸ ਇਹੋ ਜਿਹੇ ਲੋਕਾਂ ਨੂੰ ਕੁੱਤੇ ਕਹਿ ਸਕਦਾ ਤਾਂ ਫਿਰ ਅਸੀਂ ਕੀ ਕਹੀਏ? ਹੁਣ ਜੇ ਪਤਰਸ ਇਹੋ ਜਿਹੇ ਲੋਕਾਂ ਨੂੰ ਸੂਰ ਕਹਿ ਸਕਦਾ ਫਿਰ ਅਸੀਂ ਕੀ ਕਹੀਏ? ਹਾਂਜੀ, ਅਸੀਂ ਤਾਂ ਇੰਨਾ ਕੁਛ ਕਹਿੰਦੇ ਨਹੀਂ, ਥੋੜ੍ਹਾ ਬਹੁਤਾ ਡਾਂਟ ਦੇਈਦਾ ਮਾੜਾ ਮੋਟਾ ਨਾ, ਲੇਕਿਨ ਉਹਨਾਂ ਨੇ ਤਾਂ ਕੋਈ ਕਮੀ ਛੱਡੀ? ਉਹਨਾਂ ਨੇ ਕੋਈ ਕਮੀ ਨਹੀਂ ਛੱਡੀ। ਕਹਿੰਦਾ ਕੁੱਤਿਆਂ ਤੋਂ ਚੌਕਸ ਰਹੋ, ਸੂਰਾਂ ਜਿਹਾ ਜੀਵਨ ਨਾ ਜਿਓ। ਇਹੋ ਜਿਹੇ ਲੋਕਾਂ ਦੀ ਤੁਲਨਾ ਕੀਤੀ ਗਈ ਹੈ। ਅਤੇ ਉਸੇ ਤਰ੍ਹਾਂ ਫਿਰ ਅਸੀਂ ਦੇਖਦੇ ਹਾਂ ਵੀ ਸਿਸਟਮ ਨੂੰ ਜਦੋਂ ਸਮਝਦੇ ਹਾਂ ਤਾਂ ਫਿਰ ਸਾਨੂੰ ਵਿਚਾਰ ਕਰਨਾ ਪੈਂਦਾ ਆ ਕਿ ਇਹ ਵਰਸ ਜਿਹੜੀ ਆ ਇਹ
ਅਸਮਾਨੀ ਮੁਕਾਮਾਂ ਦੀ ਵਰਸਿਆ ਜਿਹੜੀ ਲਿਖੀ ਗਈ ਹੈ ਕਿ ਨਾ ਕਦੀ ਅੱਖੀ ਦੇਖੀਆਂ ਗਈਆਂ ਤੇ ਨਾ ਕੰਨੀ ਸੁਣੀਆਂ ਗਈਆਂ। ਪਰਮੇਸ਼ਵਰ ਨੇ ਉਹ ਚੀਜ਼ਾਂ ਆਪਣੇ ਪ੍ਰੀਤਮਾਂ ਲਈ ਤਿਆਰ ਕਰਕੇ ਕਿ ਮੰਨ ਲਓ ਮੈਨੂੰ ਬੰਗਲਾ ਮਿਲ ਗਿਆ ਤੇ ਮੈਂ ਜਵਾਬ ਦਿੰਦਾ ਜੀ ਇਸ ਵਰਸ ਦੇ ਮੁਤਾਬਕ, ਤੇ ਬੰਗਲੇ ਤੇ ਲੋਕਾਂ ਨੇ ਦੇਖੇ ਹੋਏ ਆ, ਮਹਿਲ ਤੇ ਦੇਖੇ ਹੋਏ ਆ, ਤੇ ਤੁਸੀਂ ਇਸ ਚੀਜ਼ ਨੂੰ ਇਹਦੇ ਨਾਲ ਕਿੱਦਾਂ ਜੋੜਦੇ ਆ? ਉਹ ਤਾਂ ਗੱਲ ਕਰਦਾ ਜਿਹੜੀਆਂ ਕਦੀ ਚੀਜ਼ਾਂ ਦੇਖੀਆਂ ਨਹੀਂ ਗਈਆਂ, ਯਾਨੀ ਕਿ ਇਹ ਦੇਖਣੀਆਂ ਇਸ ਜਹਾਨ ਦੇ ਵਿੱਚ ਬਣੀਆਂ ਹੀ ਨਹੀਂ ਗਈਆਂ, ਜਿਹੜੀਆਂ ਸਾਨੂੰ ਪਰਮੇਸ਼ਵਰ ਦਿਖਾਉਣ ਵਾਲਾ ਆ। ਇਸ ਲਈ ਫਲੂਸ ਲਿਖਦਾ ਗਿਆਨ ਦੀ ਉੱਤਮਤਾਈ ਦੇ ਕਾਰਨ ਇਹ ਸਾਰੀਆਂ ਚੀਜ਼ਾਂ ਮੈਨੂੰ ਕੀ ਲੱਗਦੀਆਂ ਭਲਾ? ਕੂੜਾ ਲੱਗਦੀਆਂ ਪਈਆਂ। ਇਸ ਲਈ ਕੂੜਾ ਲੱਗਦੀਆਂ ਪਈਆਂ ਕਿਉਂਕਿ ਉਹਦੀ ਧਿਆਨ ਭਲਾ ਕਿੱਥੇ ਆ? ਸਵਰਗੀ ਵਸਤਾਂ ਦੇ ਵੱਲ ਉਹਦਾ ਧਿਆਨ ਆ, ਜਿਹੜੀਆਂ ਕਿਸੇ ਨੇ ਦੇਖੀਆਂ ਨਹੀਂ ਪਰ ਪਰਮੇਸ਼ਵਰ ਨੇ ਇਹੋ ਜਿਹੇ ਲੋਕਾਂ ਨੂੰ ਦਿਖਾ ਦਿੱਤੀਆਂ। ਤੇ ਕਹਿੰਦਾ ਜਦੋਂ ਮੈਂ ਉਹਨਾਂ ਚੀਜ਼ਾਂ ਦੇ ਨਾਲ ਇਹਨਾਂ ਦੀ ਤੁਲਨਾ ਕਰਦਾ ਇਹ ਕੂੜਾ ਹੀ ਆ। ਕੀ ਲਿਖਦਾ ਹੈ? ਕਹਿੰਦਾ ਇਸ ਸੰਸਾਰ ਦੇ ਦੁੱਖ ਜਿਨ੍ਹਾਂ ਨੂੰ ਲੋਕੀ ਦੁੱਖ ਸਮਝਦੇ ਨਾ, ਤੇ ਜਿਨ੍ਹਾਂ ਤੋਂ ਲੋਕੀ ਘਬਰਾ ਜਾਂਦੇ ਤੇ ਵਿਚਾਰੇ ਚਰਚ ਹੀ ਦੁੱਖ ਦੇ ਮਾਰੇ ਜਾਂਦੇ ਆ ਵੀ ਚਲੋ ਉੱਥੇ ਜਾ ਕੇ ਸ਼ਾਇਦ ਕੋਈ ਮਾੜੀ ਮੋਟੀ ਕਿਰਪਾ ਹੋ ਜਾਵੇ, ਦੁੱਖ ਦੱਖ ਦੂਰ ਹੋ ਜਾਣ। ਹਾਂਜੀ, ਕੋਈ ਬਿਮਾਰੀ ਬੂਰੀ ਚੱਲ ਜਾਵੇ, ਕਰਜ਼ਾ ਕੁਰਜ਼ਾ ਉਤਰ ਜਾਵੇ, ਕੋਈ ਔਲਾਦ ਲੂਦ ਮਿਲ ਜਾਵੇ, ਇਸੇ ਕਰਕੇ ਜਾਂਦੇ ਨਾ। ਤੇ ਜਿਹੜਾ ਚੀਜ਼ਾਂ ਦਾ ਕਰਕੇ ਲੋਕੀ ਵਿਚਾਰੇ ਚਰਚਾਂ 'ਚ ਜਾਂਦੇ ਆ, ਉਹਨਾਂ ਦੇ ਬਾਰੇ ਸੰਤ ਪਰੂਸ ਕੀ ਲਿਖਦਾ ਹੈ? ਉੱਥੇ ਤਾਂ ਕੰਮ ਹੀ ਸਾਰਾ ਸਾਨੂੰ ਉਲਟਾ ਜਿਹਾ ਨਜ਼ਰ ਆਉਂਦਾ। ਕਹਿੰਦਾ ਇਸ ਜ਼ਿੰਦਗੀ ਦੇ ਵਿੱਚ, ਇਸ ਸੰਸਾਰ ਦੇ ਵਿੱਚ, ਇਸ ਸਮੇਂ ਦੇ ਵਿੱਚ ਕਹਿੰਦਾ ਜਿਹੜੇ ਦੁੱਖ ਮਿਲ ਰਹੇ ਨਾ, ਇਹ ਦੁੱਖ ਉਸ ਮਿਲਣ ਵਾਲੀ ਮਹਿਮਾ ਦੇ ਸਾਹਮਣੇ ਕੁਛ ਵੀ ਨਹੀਂ ਹੈ। ਕੀ ਹੈ ਭਲਾ? ਇਹ ਦੁੱਖ ਉਸ ਆਉਣ ਵਾਲੀ, ਉਸ ਮਿਲਣ ਵਾਲੀ ਮਹਿਮਾ ਦੇ ਸਾਹਮਣੇ ਕੁਛ ਵੀ ਨਹੀਂ। ਤਾਈਓ ਤੇ ਉਹਨੂੰ ਕੋਈ ਪਰਵਾਹ ਨਹੀਂ ਨਾ, 5 ਵਾਰੀ ਕੋੜੇ ਖਾ ਬੈਠਾ ਤਾਂ ਵੀ ਉਹਨੂੰ ਕੋਈ ਪਰਵਾਹ ਨਹੀਂ ਹੈ। ਇਸੇ ਲਈ ਪਰਵਾਹ ਨਹੀਂ ਆ ਕਿਉਂਕਿ ਉਹ ਤੁਲਨਾ ਕਰਦਾ ਹੈ, ਕੁਛ ਵੀ ਨਹੀਂ ਹੈ ਕਹਿੰਦਾ। ਤੇ ਇਸ ਲਈ ਉਹੀ ਪਲੂਸ ਵੀ ਲਿਖਦਾ ਦੁੱਖ ਸਹਿ ਕੇ ਉਹਦੀ ਬਾਦਸ਼ਾਹ ਦੇ ਵਿੱਚ ਦਾਖਲ ਹੋਣਾ ਆ। ਤੇ ਯਾਦ ਰੱਖੋ ਕਹਿੰਦਾ ਇਹ ਦੁੱਖ ਕੁਛ ਵੀ, ਐਸਾ ਵਿਸ਼ਵਾਸ ਚਾਹੀਦਾ। ਕੈਸਾ ਵਿਸ਼ਵਾਸ? ਤੀਸਰੇ ਆਕਾਸ਼ ਵਾਲਾ ਵਿਸ਼ਵਾਸ ਚਾਹੀਦਾ। ਇੱਥੇ ਵਾਲਾ ਮਾੜੀਆਂ ਮੋਟੀਆਂ ਚੀਜ਼ਾਂ ਦੀ ਗਵਾਹੀਆਂ ਨਾ ਦਿਆ ਕਰੋ, ਸਾਡੇ ਨਾਲ ਆਹ ਹੋ ਗਿਆ ਤੇ ਸਾਡੇ ਨਾਲ ਆਹ ਹੋ ਗਿਆ। ਇਹ ਦੇਖੋ ਵੀ ਸਾਨੂੰ ਮਿਲਣ ਵਾਲੀ ਜਿਹੜੀ ਮਹਿਮਾ ਆ ਉਹ ਕਿੱਡੀ ਜ਼ਬਰਦਸਤ, ਕਿੱਡੀ ਆਲਾ ਆ। ਤੇ ਜਿਹਨਾਂ ਦਾ ਧਿਆਨ ਫਿਰ ਉਸ ਮਹਿਮਾ ਵੱਲ ਲੱਗ ਜਾਂਦਾ, ਉਹਨਾਂ ਨੂੰ ਫਿਰ ਦੁੱਖ ਲੱਗਦਾ ਨਹੀਂ ਆ। ਇਸ ਲਈ ਫਿਰ ਪਰੂਸ ਕਹਿੰਦਾ ਪ੍ਰਭੂ ਵਿੱਚ ਸਦਾ ਆਨੰਦਿਤ ਰਹੋ। ਫਿਰ ਮੈਂ ਕਹਿੰਦਾ ਆ ਇਹ ਮਜ਼ਾ ਹੀ ਆਨੰਦ ਉਦੋਂ ਹੀ ਆਉਂਦਾ। ਇਸੇ ਕਰਕੇ ਲਿਖਿਆ ਨਾ, ਜੇਲ੍ਹ ਦੇ ਵਿੱਚ ਤਾਜ਼ੇ ਜ਼ਖਮਾਂ ਨੂੰ ਲੈ ਕੇ ਜਦੋਂ ਜਾਂਦੇ ਆ ਤੇ ਅੰਦਰ ਜਾ ਕੇ ਭਜਨ ਗਾਉਣ ਲੱਗ ਪੈਂਦੇ। ਕਿਉਂ? ਪਲੂਸ ਤੇ ਸਿਲਾਸ ਉਹਨਾਂ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਸੀ ਨਾ, ਪ੍ਰਭੂ ਜੀ ਸੇਵਾ ਵਿੱਚ ਬੁਲਾਇਆ, ਸੇਵਾ ਰੁਕ ਜਾਣੀ ਜੇ ਅਸੀਂ 15-20 ਦਿਨ ਅੰਦਰ ਰਹਿ ਗਏ। ਅੱਜ ਕੱਲ੍ਹ ਅਕਲ ਹੈ ਨਾ ਬੰਦਿਆਂ ਨੂੰ, ਪ੍ਰਭੂ ਨੂੰ ਸਮਝਾਉਣ ਲੱਗ ਪੈਂਦੇ। ਕੀ ਭਲਾ ਜੇ ਅਸੀਂ 15-20 ਦਿਨ ਰਹਿ ਗਏ ਤਾਂ ਕੀ ਹੋਣਾ ਭਲਾ? ਸੇਵਾ ਤੈਨੂੰ ਕਾਹਦੀ ਟੈਨਸ਼ਨ ਆ? ਜਿਹਨੇ ਸੇਵਾ ਦੇ ਲਈ ਤੈਨੂੰ ਬੁਲਾਇਆ, ਟੈਨਸ਼ਨ ਉਹ ਲਵੇ, ਉਹਨੇ ਕਿੰਨੀ ਲੈਣੀ ਉਹ ਲਵੇ। ਤੈਨੂੰ ਤਾਂ ਇੱਥੇ ਲੈ ਕੇ ਆਇਆ ਦਰੋਗੇ ਦੀ ਨਜਾਤ ਦੇ ਵਾਸਤੇ। ਹੁਣ ਘਬਰਾਈ ਨਾ। ਕਾਹਦੇ ਲਈ ਗਿਆ ਪਲੂਸ ਭਲਾ? ਪਲੂਸ ਨੂੰ ਪ੍ਰਭੂ ਉੱਦਾਂ ਵੀ ਤੇ ਮਿਲਾ ਸਕਦਾ ਸੀ ਨਾ ਦਰੋਗੇ ਦੇ ਨਾਲ ਕਿਸੇ ਵਜ੍ਹਾ ਕਰਕੇ, ਲੇਕਿਨ ਕਿੱਦਾਂ ਲੈ ਕੇ ਗਿਆ ਭਲਾ? ਪਹਿਲੋਂ ਬਾਹਰੋਂ ਮਾਰ ਪਵਾਈ, ਫਿਰ ਦਰੋਗੇ ਨੇ ਵੀ ਸਖਤ ਦਿਲੀ ਦਿਖਾਈ, ਕਾਟ ਕੂਟ ਲਾ ਕੇ, ਬੇੜੀਆਂ ਬੁੜੀਆਂ ਲਾ ਕੇ ਤੇ ਉਹਨਾਂ ਨੂੰ ਡੱਕ ਦਿੱਤਾ ਹੈ ਨਾ। ਪਹਿਲਾਂ ਤਾਂ ਉਹਨੇ ਉਹੀ ਕੰਮ ਕੀਤਾ ਜਿਹੜਾ ਦਰੋਗੇ ਨੇ ਕਰਨਾ ਸੀਗਾ, ਲੇਕਿਨ ਜਦੋਂ ਉਹਨਾਂ ਨੂੰ ਉਹਨੇ ਜੇਲ੍ਹ ਦੇ ਵਿੱਚ ਆਰਾਧਨਾ ਕਰਦੇ ਦੇਖਿਆ ਹੋਵੇਗਾ, ਉਦੋਂ ਤੁਲਨਾ ਕਰਦਾ ਹੋਣਾ, ਯਾਰ ਸਾਡੇ ਵਰਗਾ ਬੰਦਾ ਹੁੰਦਾ ਤੇ ਅਸੀਂ ਤੇ ਇੱਥੇ ਕੁਲਾ ਮਾਰਨਾ, ਯਾਰ ਰੱਬਾ ਤੇਰਾ ਬੇੜਾ ਕਰਕੇ ਜਿਵੇਂ ਤੂੰ ਰੱਬ ਆ ਕਿ ਕਿੱਦਾਂ ਦਾ ਆ, ਤੇ ਤੈਨੂੰ ਸਮਝ ਨਹੀਂ ਆਉਂਦੀ, ਅਸੀਂ ਇੱਥੇ ਆ ਗਏ ਹਾਂ ਹੈ ਨਾ। ਸਾਡੀਆਂ ਗਵਾਹੀਆਂ ਵੀ ਇਹੀ ਹੁੰਦੀਆਂ। ਹਾਂਜੀ, ਕਿਸੇ ਤਰ੍ਹਾਂ ਕੱਢ ਲਾ ਪ੍ਰਭੂ, ਫਿਰ ਮੈਂ ਬਾਹਰ ਜਾ ਕੇ ਗਵਾਹੀ ਦਊਂਗਾ, ਮੈਂ ਗਿਆ ਹੀ ਸੀ ਅੰਦਰ ਤੇ ਪ੍ਰਭੂ ਨੇ ਮੈਨੂੰ ਕੀ ਕੀਤਾ? ਆਹ ਗਵਾਹੀਆਂ ਹੁੰਦੀ। ਤੇ ਬੜੇ ਅਸੀਂ ਫੁੱਲਦੇ ਹਾਂ। ਤੇ ਉਹ ਕੀ ਕਰਦੇ ਵੀ ਭਲਾ? ਉਹਨਾਂ ਨੇ ਅੰਦਰ ਜਾ ਕੇ ਦੁਆ ਇਸ ਕਿਸਮ ਦੀ ਕੋਈ ਕੀਤੀ ਕਿ ਆਨੰਦ ਹੋ ਰਿਹਾ, ਭਜਨ ਗਾ ਰਹੇ ਆ, ਯਾ ਰੱਬਾ ਤੇਰਾ ਲੱਖ ਸ਼ੁਕਰ ਆ, ਇਹ ਸਾਡੇ ਲਈ ਮੁਬਾਰਕ ਗੱਲ ਆ, ਤੇਰੇ ਨਾਮ ਦੇ ਕਾਰਨ ਸਾਡੇ ਜਿਸਮ ਦੇ ਉੱਤੇ ਜ਼ਖਮ ਹੈ, ਤੇਰੇ ਨਾਮ ਦੇ ਕਾਰਨ ਸਾਨੂੰ ਮਾਰ ਪਈ ਹੈ, ਸਾਡੇ ਲਈ ਧੰਨ ਹੈ, ਤੂੰ ਸਾਨੂੰ ਇਸ ਕਾਬਲ ਸਮਝਿਆ ਕਿ ਤੇਰੇ ਨਾਮ ਦੇ ਨਿਮਿਤ ਅਸੀਂ ਮਾਰ ਖਾ ਸਕੀਏ। ਤੇ ਅਸੀਂ ਉਸ ਨਾਮ ਦੇ ਨਿਮਿਤ ਕੀ ਗਵਾਹੀਆਂ ਦਿੰਦੇ ਹਾਂ ਵੀ ਮਾਰ ਤੋਂ ਕਿਸੇ ਤਰ੍ਹਾਂ ਅਸੀਂ ਬਚ ਸਕੀਏ, ਹੈ ਨਾ। ਸੋ ਇਹ ਗੱਲਾਂ ਜਿਹੜੀਆਂ ਆ, ਕਿਉਂ ਇਸ ਤਰ੍ਹਾਂ ਹੁੰਦਾ? ਸਾਡਾ ਵਿਸ਼ਵਾਸ ਹੈ ਹੀ ਨਹੀਂ ਹੈ, ਸਾਡੇ ਈਮਾਨ ਦਾ ਕੋਈ ਲੈਵਲ ਹੈਗਾ ਹੀ ਨਹੀਂ, ਤਾਂ ਕਰਕੇ ਸਾਡੀ ਸੋਚ ਹੀ ਪੁੱਠੀ ਹੈ। ਸਾਡਾ ਸੋਚਣਾ ਹੀ ਗਲਤ ਤਰੀਕੇ ਦਾ ਆ।
ਤੇ ਜਦੋਂ ਉਹਨਾਂ ਨੇ ਆਰਾਧਨਾ ਸ਼ੁਰੂ ਕੀਤੀ ਆ ਤੇ ਉਹਨਾਂ ਨੇ ਤੀਸਰੇ ਆਕਾਸ਼ ਦੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ। ਉਹਨਾਂ ਦੀ ਇਸ ਆਰਾਧਨਾ ਨੂੰ ਦੇਖ ਕੇ ਫਰਿਸ਼ਤੇ ਵੀ ਧੰਨ ਧੰਨ ਹੋ ਉੱਠੇ ਹੋਣੇ ਆ। ਉਹ ਵੀ ਕਹਿੰਦੇ ਨੇ ਯਾ ਖੁਦਾ ਇਹੋ ਜਿਹੇ ਲੋਕ ਤੂੰ ਤਿਆਰ ਕੀਤੇ ਆ। ਦੂਜੇ ਛੋਲੇ ਕਹਿ ਰਹੇ ਸਵਰਗ ਹਿਲਾ ਦਿੱਤਾ ਉਹਨਾਂ ਨੇ। ਹਿੱਲੇ ਹੋਏ ਸਵਰਗ ਨੂੰ ਦੇਖ ਕੇ ਉਸ ਜੇਲ੍ਹ ਦੀਆਂ ਨੀਆਂ ਵੀ ਹਿੱਲ ਗਈਆਂ। ਜੋ ਕੁਛ ਸੀਗਾ ਸਭ ਦਰਵਾਜ਼ੇ ਦਰੂਜੇ ਕੀ ਹੋਏ ਭਲਾ ਖੁੱਲ ਗਏ। ਦਰੋਗਾ ਵਿਚਾਰਾ ਭੱਜਦਾ ਹੋਇਆ ਆਇਆ ਹੋਣਾ, ਇਹ ਕੀ ਹੋ ਗਿਆ ਹੈ ਨਾ। ਤੇ ਜਦੋਂ ਇੰਨਾ ਕੁਛ ਉਹਨੇ ਦੇਖਿਆ ਤੇ ਫਿਰ ਪੈਰੀ ਪੈ ਗਿਆ। ਕੀ ਕਹਿੰਦਾ ਉਹਨੇ ਜਿਹਨੇ ਕਾਠ ਦੇ ਵਿੱਚ ਠੋਕਿਆ ਸੀ ਨਾ, ਉਹੋ ਹੀ ਲਿਜਾ ਕੇ ਹੁਣ ਕੀ ਕਰਦਾ ਪਿਆ ਭਲਾ ਉਹਨਾਂ ਦੇ ਜ਼ਖਮ ਧੋਂਦਾ ਪਿਆ। ਉਹਨਾਂ ਨੇ ਕਿਹਾ ਸੀ ਜ਼ਖਮ ਧੋਣ ਦੇ ਲਈ। ਜਦੋਂ ਅੰਦਰ ਗਿਆ ਉਹਨੇ ਕਿਹਾ ਤੈਨੂੰ ਪਤਾ ਸੀ ਪ੍ਰਭੂ ਯਿਸੂ ਮਸੀਹ ਦੇ ਲੋਕ ਆ, ਤੈਨੂੰ ਪਤਾ ਸਾਡੀਆਂ ਦੁਆਵਾਂ ਦੇ ਨਾਲ ਕਿੰਨੇ ਲੋਕ ਚੰਗੇ ਹੋ ਜਾਂਦੇ ਆ। ਜੇ ਤੂੰ ਸਾਡੇ ਨਾਲ ਇੱਥੇ ਭਲਾਈ ਕਰੂੰਗਾ ਨਾ ਫਿਰ ਤੇਰੇ ਵਾਸਤੇ ਦੁਆ ਕਰਕੇ ਜਾਵਾਂਗੇ, ਤੇਰੇ ਘਰ ਸੁੱਖ ਸ਼ਾਂਤੀ ਆ ਜਾਊਗੀ, ਤੇਰਾ ਸਾਰਾ ਕੁਝ ਠੀਕ ਹੋ ਜਾਣਾ। ਹਾਂਜੀ ਅੱਜ ਕੱਲ੍ਹ ਤਾਂ ਕਈ ਵਿਚਾਰੇ ਇੱਦਾਂ ਦਾ ਵੀ ਕਹਿ ਦਿੰਦੇ ਅੰਦਰ ਜਾ ਕੇ ਉਹਨਾਂ ਨੂੰ ਰਿਸ਼ਵਤ ਦੇਣ, ਸਾਰੇ ਇੱਦਾਂ ਦੀ ਰਿਸ਼ਵਤ ਦੇਣ ਲੱਗ ਪੈਂਦੇ ਵੀ ਤੇਰਾ ਭਲਾ ਕਰ ਦਿਆਂਗੇ। ਹਾਂਜੀ ਆਹੋ ਤੇਰੀ ਗੱਲਬਾਤ ਸਿੱਧੀ ਲਵਾ ਦੇਵਾਂਗੇ ਤੇ ਤੂੰ ਇੱਦਾਂ ਕਰ ਵੀ ਜਿੱਦਾਂ ਤੈਨੂੰ ਅਸੀਂ ਕਹਿੰਦੇ ਉੱਦਾਂ ਕਰੀ ਜਾ। ਲੇਕਿਨ ਇਹਦੇ ਉਲਟ ਸਭ ਕੁਝ ਉੱਥੇ ਕੀ ਹੁੰਦਾ ਭਲਾ ਤੇ ਜਿਹੜਾ ਕਹਿੰਦਾ ਨਾ ਸਦਾ ਆਨੰਦਿਤ ਰਹੋ, ਉਹਦੇ ਈਮਾਨ ਦਾ ਇੱਕ ਲੈਵਲ ਆ ਤੇ ਉਸ ਲੈਵਲ ਨੂੰ ਉਹਨੇ ਦਿਖਾਇਆ ਜਗ੍ਹਾ ਜਗ੍ਹਾ ਦੇ ਉੱਤੇ। ਐਵੇਂ ਗੱਲਾਂ ਨਹੀਂ ਕਰਦਾ, ਐਵੇਂ ਗੱਲਾਂ ਨਹੀਂ ਕਰਦਾ। ਈਮਾਨ ਦੇ ਲੈਵਲ ਨੂੰ ਕੀ ਕੀਤਾ ਭਲਾ ਦਿਖਾਇਆ ਆ ਉਹਨੇ। ਇਸ ਲਈ ਦਰੋਗੇ ਨੂੰ ਉਹਦੇ ਜ਼ਖਮ ਧੋਣੇ ਪਏ ਤੇ ਕਹਿੰਦਾ ਹੇ ਰੱਬ ਦਿਓ ਬੰਦਿਓ ਹੁਣ ਜਾਂਦੇ ਜਾਂਦੇ ਦੱਸ ਜਾਓ ਮੈਂ ਕੀ ਕਰਾਂ। ਉਹ ਕਹਿੰਦੇ ਵੀ ਤੌਬਾ ਕਰ ਤੇ ਪ੍ਰਭੂ ਯਿਸੂ ਦੇ ਨਾਮ 'ਚ ਬਪਤਿਸਮਾ ਲੈ ਤੇ ਤੂੰ ਨਜਾਤ ਤੇ ਤੇਰਾ ਘਰਾਣਾ ਵੀ ਨਾਲ। ਤੇ ਲੈਵਲ ਦਿਖਾਈਏ ਤੇ ਸਹੀ ਨਾ। ਅਸੀਂ ਤੇ ਆਹ ਛੋਟੀਆਂ ਛੋਟੀਆਂ ਗਵਾਹੀਆਂ ਦੇ ਕੇ ਲੋਕਾਂ ਨੂੰ ਲੈਵਲ ਦਿਖਾਉਣ ਦੇ ਚੱਕਰ ਦੇ ਵਿੱਚ ਪਏ ਹੋਏ ਆ। ਤੇ ਉਹ ਵਿਚਾਰਿਆਂ ਦੇ ਜਦੋਂ ਨਹੀਂ ਹੁੰਦਾ ਉਹ ਕਹਿੰਦੇ ਐਵੇਂ ਇਹ ਝੂਠੇ ਬੰਦੇ ਆ, ਜੇ ਪ੍ਰਭੂ ਇਹਨਾਂ ਦਾ ਕੁਛ ਕਰਦਾ ਹੁੰਦਾ ਤੇ ਫਿਰ ਸਾਡੇ ਨਾ ਕਰਦਾ। ਉਹਨਾਂ ਦੇ ਮਨ ਦੇ ਵਿੱਚ ਕੀ ਹੁੰਦਾ ਭਲਾ ਅਸੀਂ ਉਹ ਆਪ ਡੋਟ ਪਾਉਣੇ ਨਾ। ਦੱਸੋ ਕਿਹੜੀ ਚਰਚ ਆ ਜਿਹਦੇ 'ਚ ਸਾਰੇ ਬਿਮਾਰ ਚੰਗੇ ਹੋਏ ਹੋਣ? ਇੱਕ ਚਰਚ ਮੈਨੂੰ ਦੱਸ ਦਿਓ ਦੁਨੀਆ ਦੇ ਵਿੱਚ, ਇੱਕ ਪਾਸਟਰ ਦੱਸ ਦਿਓ ਜਿਹਦੇ ਕੋਲ ਆਏ ਹੋਏ ਸਾਰੇ ਬਿਮਾਰ ਚੰਗੇ। ਇੱਕ ਪਾਸਟਰ ਦੱਸ ਦਿਓ ਮੈਨੂੰ। ਤੇ ਫਿਰ ਜਦੋਂ ਇਹਨਾਂ ਚੀਜ਼ਾਂ ਨੂੰ ਅਸੀਂ ਟਾਰਗੇਟ ਬਣਾ ਕੇ ਚੱਲਾਂਗੇ ਤੇ ਲੋਕਾਂ ਦੇ ਵਿੱਚ ਫਿਰ ਅਸੀਂ ਬੇਇੱਜ਼ਤ ਹੋਵਾਂਗੇ ਤੇ ਨਾਲ ਆਪਣੇ ਖੁਦਾ ਨੂੰ ਵੀ ਬੇਇੱਜ਼ਤ ਕਰਾਂਗੇ। ਇਸ ਲਈ ਧਿਆਨ ਸਾਡਾ ਕਿਹੜਾ ਉਹ ਸਾਡਾ ਖੁਦਾ ਤੇ ਇਸ ਜਹਾਨ ਦੇ ਵਿੱਚ ਉਹ ਕਰਨ ਆਇਆ ਜਿਹੜਾ ਦੁਨੀਆ ਵਿੱਚ ਕੋਈ ਕਰ ਨਹੀਂ ਸੀ ਸਕਦਾ। ਉਹ ਸੀਗਾ ਪਾਪ ਦੀ ਗੁਲਾਮੀ ਤੋਂ ਆਜ਼ਾਦੀ, ਉਹ ਸੀਗਾ ਮੁਕਤੀ ਦਾ ਪਾਉਣਾ। ਉਹੋ ਹੀ ਸਭ ਕੁਛ ਜਿਹੜਾ ਇਨਸਾਨ ਦੇ ਕਿਸੇ ਦੇ ਵੱਸ ਵਿੱਚ ਨਹੀਂ ਸੀ ਉਹ ਕਰਨ ਆਇਆ। ਮੁਕਤੀ ਦੇ ਪ੍ਰਚਾਰ ਨੂੰ ਲੈ ਕੇ ਅਸੀਂ ਨਿਕਲੀਏ। ਖੁਦਾ ਆਪਣੀ ਮਹਿਮਾ ਦੇ ਲਈ ਸਾਰੇ ਕੰਮ ਕਰਦਾ ਜਾਊਗਾ। ਉਹਦੇ ਲਈ ਸਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਉਹਨੇ ਕਿਹਨੂੰ ਚੰਗਾ ਕਰਨਾ ਹੈ ਤੇ ਕਿਹਨੂੰ ਚੰਗਾ ਨਹੀਂ ਕਰਨਾ। ਪਰ ਅਸੀਂ ਸਾਰਾ ਲੈਵਲ ਵਿਸ਼ਵਾਸ ਦਾ ਕਿੱਥੇ ਲਿਆ ਕੇ ਰੱਖਤਾ? ਇੱਥੇ ਲਿਆ ਕੇ ਰੱਖਤਾ। ਕਿਸੇ ਨੂੰ ਇਹ ਵਿਸ਼ਵਾਸ ਹੈ ਨਹੀਂ ਮੇਰੀ ਨਿਜਾਤ ਹੋ ਜੂ। ਕਿਸੇ ਨੂੰ ਪੁੱਛ ਲਓ, ਹੱਥ ਖੜੇ ਕਰੋ ਦਿਲ 'ਤੇ ਹੱਥ ਰੱਖ ਕੇ, ਤੁਸੀਂ ਕੀ ਆਪਣੇ ਆਪ ਨੂੰ ਮੁਕਤੀ ਦੇ ਲਈ ਤਿਆਰ ਕਰ ਲਿਆ? ਅੱਜ ਪ੍ਰਭੂ ਯਿਸੂ ਮਸੀਹ ਦੀ ਆਮਦ ਹੋਵੇ ਤੇ ਦੱਸੋ ਤੁਸੀਂ ਜਾਣ ਵਾਲੇ? ਕਿਸੇ ਦੇ ਹੱਥ ਨਹੀਂ ਖੜਾ ਕਰਨਾ। ਕੋਈ ਬਸ਼ਰਮ ਜਿਹਾ ਹੋਊਗਾ ਤੇ ਕੋਈ ਆਲੇ ਮੈਂ ਜਾਣਾ ਜੀ। ਕਈ ਹੁੰਦੇ ਇੱਦਾਂ ਦੇ ਵੀ, ਉਹਨਾਂ ਦੂਜੇ ਦੇ ਨਹੀਂ ਫੜਿਆ ਹੁੰਦਾ ਬਾਅਦ 'ਚ ਅਸੀਂ ਵਿਸ਼ਵਾਸ ਦੇ ਵਿੱਚ। ਕਈ ਬਸ਼ਰਮੀ ਦੇ ਮਾਰੇ ਕਹਿੰਦੇ ਮੈਂ ਅਸੀਂ ਤਾਂ ਜਾਣਾ ਹੀ ਜਾਣਾ ਜੀ, ਤੇ ਗਾਂ ਅਗਲੇ ਦਿਨ ਹੀ ਫੜੇ ਜਾਂਦੇ ਆ ਨਾ ਜੀ। ਬਸ ਫਿਰ ਉਹ ਗੱਲਾਂ ਹੀ ਹੁੰਦੀਆਂ ਹੈ ਨਾ। ਤੇ ਜੇ ਇਹ ਇੱਦਾਂ ਹੈਗਾ ਹੀ ਨਹੀਂਗਾ ਤੇ ਫਿਰ ਸਾਨੂੰ ਵਿਚਾਰ ਕਰਨ ਦੀ ਜ਼ਰੂਰਤ ਪੈਣੀ ਹੈ। सो ਅਸੀਂ देखते हैं कि इसलिए कि उसे पाप में थोड़े दिन के सुख भोगने से परमेश्वर के लोगों के साथ दुख भोगना की लगा भला चंगा लग्या है ना। उन्हें तो ये चंगा लग्या, सानू चंगा लगता? सानू तो अपने लोगों के नाल की ऐश खुश कर हो जाए तो फिर सानू हाँ फिर तो कहने लो जी लकड़ के नाल लोया भी तरन दिया, असीं तो उहदे नाल ही लगना ना। असीं तो उसे लकड़ नाल लगांगे जिहदे नाल लोया भी तर जाए। असीं आप लकड़ बनने की कोशिश करनी कि साढ़े नाल लग के कोई तर जाए है ना। असीं तो लकड़ लभनी है, लोहा नहीं लभना। लोहे ने डुबना ही है ना। असीं तो लकड़ लभनी है। तो चंगा ये है भी असीं आप की बन जाइए भला लकड़ बन जाए ताकि साढ़े नाल लग के कोई तर सके है ना, साढ़े नाल लग के कोई डुबे ना। इसलिए संत पौलुस कहता तो इसलिए इन्होंने मूसा उन्होंने फैसले लए कि पाप दे विच थोड़े दिन दे सुख भोगण दे नालों ਉਹਦੇ ਘਰਾਣੇ ਦੇ ਲੋਕਾਂ ਦੇ ਨਾਲ ਦੁੱਖ ਭੋਗਣਾ ਜਿਹੜਾ ਆ ਉਹ ਜ਼ਬਰਦਸਤ
वो जबरदस्त है। आगे देखते हैं और उसके बाद दुआ करते हैं। 26 आज लिखा, और मसीह के कारण निंदित होने को, किहदे कारण निंदित हो रहा भला? मसीह के कारण निंदित होने को मिस्र के भंडार से बड़ा धन समझा। केड़ा धन समझा भला? निंदा अगर होगी, निंदा अगर सहनी भी पऊगी तां भी कोई परवाह, ते जे इन्हें निंदा सही ना, ते जेदे लई निंदा सही सी वो भी मनुख के रूप च इत्थे आया, वो भी निंदित किया गया। पर की खुदा दे दास ने बड़ा जबरदस्त लिखा है, शर्मिंदगी की कुछ परवाह ना की। क्रूस से उठाया, ठीक है, पर शर्मिंदगी की कुछ परवाह नहीं की। इसे इंसान के लिए फिर आप भी शर्मिंदगी दे विचों दी होके गुजरिया, पर उन्हें भी परवाह नहीं की। तो इत्थे खास जी गल है वो ये है, लिखा मसीह के कारण निंदित होने को मिस्र के भंडार से बड़ा धन समझा। उस समय मिस्र की बादशाही जिहड़ी सीगी वो जिवें इंग्लैंड ने बादशाही की ना, जिवें रोम की बादशाही हुई, जिवें बादशाह सिकंदर की बादशाही सीगी, उस तरीके की बादशाही सीगी उस वक्त मिस्र की बादशाही। मिस्र की हुकूमत सी बहुत सारिया देशों के उत्ते, ते मिस्र उस समय दे विच अमीर देशों के विच मन्निया जाने वाला देश सी। ते उत्थे हिसाब ला लो भी किन्ना भंडार होगा। ते मूसा जिहदा लैवल जिहड़ा आ वो तीसरे आकाश वाला आया, ते मूसा मिस्र दे उन्हां सोने चांदी दे सिक्कियां नूं नहीं देखदा, मिस्र दी उस ऐशो आराम नूं नहीं देखदा, बल्कि इन्हां चीज़ां तो गांह दा लैवल है उहदा। ते साडा ते लैवल ही इत्थों तक हैगा भी प्रभु किते इदां दा कर देवे ना ते फिर ही गल बने, प्रभु किते आ कर देवे ना ते फिर ही गल बने, प्रभु किते आ कर दे ते फिर गल बने। तो हुण ते असीं मुकाम ही उस ते आके खड़े हो गए हैं जिथे पता कोई नहीं कि अज रात ही भावें रैप्चर हो जाए, पता कोई नहीं है। जिद्दां दे हालात बने हुए ना इस टाइम, रैप्चर कदों हो जाए कोई अंदाजा भी ला सकदा, अंदाजा भी नहीं ला सकदा। तो जे अजे भी असी इन्हां चक्करां दे विच ही फसे हुए हैं तो फिर वो की कहंदे लख दी रहन दईए अगे है ना, नहीं फिर गुस्सा करदे लोग। जे साडी हालत अजे भी इदां दी है ना, तो फिर साडे नालों बद नसीब कोई बंदा, क्योंकि सारिया निशानियां साडे सामने घुमण रहीआं ते साडा ईमान अजे भी कित्थे आ, अजे भी बच्चों वर्गा ईमान आ। लेकिन मूसा लिखिया सियाणा हो गया। अज असी अपनी जिंदगी ते गौर करिए, असी सियाणे होए हैं कि नहीं। ये विषय जिहड़ा चलदा रहूगा, ज़्यादा लंबा नहीं अज लैके जावांगे कि उन्हें ते सियाणा होके फैसला लै लिया विश्वास दे विच। ते जे असी विश्वासी जीवन जी रहे हैं तो की असी फैसला लिया है मूसा की तरह? तो की लिखा है, उन्हें मसीह के कारण निंदित होने को मिस्र के भंडार से बड़ा धन समझा, क्योंकि उसकी आंखें फल पाने की ओर लगी थी। ये किहड़ा फल पाने के चक्कर च पिया है जी मूसा? फल तो सारा सामने पिया, मिस्र का भंडार। हाँ जी, अज ट्रंप कह दे गिल साहब तुहानूं अपनी सारी प्रॉपर्टी का मैं वारस बनाना। हाँ जी, कभी मैं तुहानूं अपनी सारी प्रॉपर्टी का वारस बनाना, तो असीं तो मतलब दुनिया दे विच गवाही दे दे के स्टेजां साड़ छड्डणियां। लोगों ने आपे साडा भी इहनूं भंडार दे गया, सानूं क्यों नहीं दिता? हाँ जी, तो असीं तो ये कहना मैं धर्मी सी, मैं कुछ चंगा कीता सी, तां करके ट्रंप अपना सब कुछ की कर गया भला मेरे वाले कर लै भी गिल अज तो तेरा है। पर इत्थे की लिखा बचे विच, क्योंकि उसकी आंखें फल पाने की ओर लगी हुई थी। किहड़ा फल पाना चाहता है? मिस्र का बादशाह तो बनने वाला है, मिस्र के खजाने तेरे लिए खुले आ, मिस्र के बादशाह की बेटी का तू बेटा कहोना, राजकुमारां वाला तू जीवन जी रहा है, तो तेरियां अखां कित्थे लगियां होईयां भी? तो अज दे विश्वासियों की अखां तो इत्थे ही लगियां होईयां ना। वो कोई यही तो बेचारे पादरी दसी जाण डे, उन्होंने पादरी भी तो इहो कुछ दस्सण डे आ। ਐਵੇਂ ਹੀ ਥੋੜ੍ਹੀ ਉੱਥੇ ਗੈਦਰਿੰਗਾਂ ਵਧਣ ਡਈਆਂ, ਲੋਕੀ ਵਧਣ ਡੇ ਆ, ਤਾਈਓ ਸਾਨੂੰ ਇਹ ਟਾਂਜੀ ਲਾ ਕੇ ਕਹਿੰਦੇ 2.5 ਟੋਟਰੂ ਲੈ ਕੇ ਬੈਠੇ ਗੱਲਾਂ ਕਰਨ ਡਏ ਆ। ਅਗਲੇ ਕੱਲ੍ਹ ਉੱਠ ਕੇ ਹਜ਼ਾਰਾਂ ਦੀ ਭੀੜਾਂ ਇਕੱਠੀਆਂ ਕਰਕੇ ਬੈਠੇ, ਹੈ ਨਾ।
ਅਸੀਂ 2.5 ਟੋਟਰੂ ਇਸੇ ਕਰਕੇ ਲੈ ਕੇ ਬੈਠੇ ਹਾਂ ਕਿਉਂਕਿ ਅਸੀਂ ਮੂਸਾ ਵਰਗੇ ਯੋਧਿਆਂ ਦੇ ਉਸ ਨਿਸ਼ਾਨ ਨੂੰ ਲੈ ਕੇ ਚੱਲਦੇ ਹਾਂ। ਅਸੀਂ ਅਬਰਾਹਮ ਵਰਗੇ ਈਮਾਨ ਨੂੰ ਲੈ ਕੇ ਚੱਲਦੇ ਹਾਂ। ਅਸੀਂ ਪਲੂਸ ਵਰਗੀ ਉਸ ਅਣਖ ਤੇ ਜਲਨ ਨੂੰ ਲੈ ਕੇ ਚੱਲਦੇ ਹਾਂ, ਤਾਂ 2.5 ਟੋਟਰੂ ਆ। ਜੇ ਅਸੀਂ ਵੀ ਇਹਨਾਂ ਵਾਂਗੂ ਮਿਲਾਵਟ ਕਰ ਕਰਕੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਵਚਨ ਅੱਜ ਸੁਣਨਾ ਸ਼ੁਰੂ ਕਰ ਦਈਏ, ਭੀੜਾਂ ਦੀ ਕਿਹੜੀ ਗੱਲ ਹੈ? ਭੀੜਾਂ ਤਾਂ ਅਸੀਂ ਰਾਜਨੀਤੀ ਦੇ ਜੀਵਨ 'ਚ ਇੰਨੀਆਂ ਕੁ ਇਕੱਠੀਆਂ ਕਰ ਲਈਆਂ ਸੀਗੀਆਂ ਕਿ ਸਾਰੇ ਸ਼ਹਿਰ 'ਚ ਵਕਤ ਪਾ ਛੱਡਿਆ ਸੀਗਾ, ਅਤੇ ਅਸੀਂ ਤਾਂ ਬੁਲਾਰੇ ਹਾਂ। ਅਸੀਂ ਤਾਂ ਜਿੰਨੀਆਂ ਮਰਜ਼ੀ ਭੀੜਾਂ ਫਿਰ ਇੱਦਾਂ ਇਕੱਠੀਆਂ ਕਰ ਛੱਡੀਏ, ਪਰ ਸਾਡਾ ਧਿਆਨ ਭੀੜਾਂ ਇਕੱਠੀਆਂ ਕਰਨ ਦੇ ਮਗਰ ਨਹੀਂ। ਪਲੂਸ ਕਹਿੰਦਾ ਮੇਰੀ ਇੱਕੋ ਹੀ ਤਮੰਨਾ ਆ, ਤੁਸੀਂ ਕਿਸੇ ਤਰ੍ਹਾਂ ਨਜਾਤ ਪਾ ਲਓ। ਤਮੰਨਾ ਕੀ ਹੈ ਭਲਾ? ਲੋਕਾਂ ਨੂੰ ਅਮੀਰ ਕਰਨਾ ਸਾਡੀ ਤਮੰਨਾ ਨਹੀਂ, ਲੋਕਾਂ ਨੂੰ ਬਿਮਾਰੀਆਂ ਤੋਂ ਚੰਗੇ ਕਰਨਾ ਸਾਡੀ ਤਮੰਨਾ ਨਹੀਂ। ਸਾਡੀ ਤਮੰਨਾ ਸਿਰਫ ਇੱਕੋ ਹੀ ਹੋਣੀ ਚਾਹੀਦੀ ਹੈ, ਜਿਹੜਾ ਪ੍ਰਭੂ ਨੇ ਮੇਰੇ ਹੱਥ ਵਿੱਚ ਦੇ ਦਿੱਤਾ, ਇਹ ਕਿਤੇ ਨਜਾਤ ਤੋਂ ਵਾਂਝਾ ਨਾ ਰਹਿਣ। ਇੱਕ ਸੇਵਕ ਦੀ, ਇੱਕ ਸੱਚੇ ਸੇਵਕ ਦੀ, ਇੱਕ ਬੁਲਾਏ ਹੋਏ ਸੇਵਕ ਦੀ ਬੁਲਾਹਟ ਦੀ ਪਹਿਚਾਣ ਕੀ ਆ? ਉਹਦੀ ਦਿਨ ਰਾਤ ਸਿਰਫ ਇੱਕੋ ਹੀ ਦੁਆ ਤੇ ਇੱਕੋ ਹੀ ਕੋਸ਼ਿਸ਼ ਹੋਵੇਗੀ, ਖੁਦਾਵੰਦ ਖੁਦਾ ਤੂੰ ਜਿੰਨੇ ਮੈਨੂੰ ਦਿੱਤੇ ਇਹਨਾਂ ਵਿੱਚੋਂ ਕੋਈ ਨਸ਼ਟ ਨਾ ਹੋ ਜਾਵੇ। ਇਸੇ ਲਈ ਯਿਸੂ ਮਸੀਹ ਨੇ ਕਿਹਾ ਨਾ, ਬਾਪ ਜਿੰਨੇ ਤੂੰ ਮੈਨੂੰ ਦਿੱਤੇ ਉਹਨਾਂ ਵਿੱਚੋਂ ਮੈਂ ਕਿਸੇ ਦਾ ਨਾਸ਼ ਹੋਣ ਦਿੱਤਾ। ਅਤੇ ਜਦੋਂ ਅਸੀਂ ਉਹਦੇ ਪਦ ਚਿੰਨ੍ਹਾਂ ਦੇ ਉੱਤੇ ਚੱਲਦੇ ਪਏ ਤਾਂ ਫਿਰ ਸਾਨੂੰ ਵੀ ਕਰਨਾ ਚਾਹੀਦਾ। ਸਾਨੂੰ ਵੀ ਯਿਸੂ ਮਸੀਹ ਵਾਂਗੂ ਠੋਕ ਵਜਾ ਕੇ ਕਹਿਣ ਦੀ ਜ਼ਰੂਰਤ ਹੈ, ਪ੍ਰਭੂ ਜਿੰਨੇ ਤੂੰ ਮੈਨੂੰ ਦਿੱਤੇ ਨਾ ਉਹਨਾਂ 'ਚ ਮੈਂ ਵਫਾਦਾਰੀ ਦੇ ਨਾਲ ਰਿਹਾ। ਜਿੰਨੇ ਤੂੰ ਮੈਨੂੰ ਦਿੱਤੇ ਉਹਨਾਂ ਵਿੱਚ ਮੈਂ ਕੋਈ ਲਾਲਚ ਆਪਣਾ ਪੂਰਾ ਕੀਤਾ। ਜਿੰਨੇ ਤੂੰ ਮੈਨੂੰ ਦਿੱਤੇ ਉਹਨਾਂ ਤੋਂ ਮੈਂ ਆਪਣਾ ਕੋਈ ਲਾਹਾ ਲਿਆ ਨਹੀਂ। ਜਿੰਨੇ ਤੂੰ ਮੈਨੂੰ ਦਿੱਤੇ ਉਹਨਾਂ 'ਚ ਮੈਂ ਵਫਾਦਾਰੀ ਦੇ ਨਾਲ ਕੰਮ ਕੀਤਾ। ਤੂੰ ਹੀ ਤਾਂ ਲਿਖਿਆ ਨਾ, ਤੇਰਾ ਹੀ ਤਾਂ ਵਚਨ ਕਹਿੰਦਾ ਵੀ ਜੇ ਬਾਪ ਨਾ ਭੇਜੇ ਤਾਂ ਕੋਈ ਆਉਂਦਾ ਨਹੀਂ, ਅਤੇ ਫਿਰ ਜਿੰਨੇ ਕੁ ਬਾਪ ਨੇ ਮੇਰੇ ਕੋਲ ਭੇਜੇ ਉਹਨਾਂ ਦੇ ਵਿੱਚ ਮੈਂ ਕੀ ਕੀਤਾ ਭਲਾ? ਵਫਾਦਾਰੀ ਦੇ ਨਾਲ ਸੇਵਾ ਕੀਤੀ। ਉਹਨਾਂ ਦੇ ਵਿੱਚ ਮੈਂ ਛਲ ਕੀਤਾ। ਇਸ ਤੋਂ ਵੱਡਾ ਇਨਸਾਨ ਦੇ ਲਈ ਇਨਾਮ ਕੀ ਹੈ? ਲਿਖਿਆ ਉਹਦੀ ਅੱਖਾਂ ਕਿਹਦੇ ਵੱਲ ਲੱਗੀਆਂ ਭਲਾ? ਫਲ ਪਾਉਣ ਦੇ ਵੱਲ ਲੱਗੀਆਂ ਹੋਈਆਂ। ਕੱਲ੍ਹ ਨੂੰ ਜਦੋਂ ਪ੍ਰਭੂ ਤਖਤ ਲਾ ਕੇ ਬੈਠੂਗਾ ਨਾ, ਅਤੇ ਅਸੀਂ ਸਭੇ ਜਦੋਂ ਉਹਦੇ ਨਿਆਏ ਦੇ ਸਿਆਸਨ ਦੇ ਅੱਗੇ ਹੋਵਾਂਗੇ, ਉਸ ਸਮੇਂ ਦੇ ਵਿੱਚ ਸਾਡੇ ਲਈ ਖੁਸ਼ੀ ਦੀ ਗੱਲ ਜਿਹੜੀ ਆ ਉਹ ਇਹ ਹੋਗੀ ਕਿ ਅਸੀਂ ਇੱਕ ਦੂਜੇ ਦੀ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਾਂਗੇ। ਅਤੇ ਜੇ ਮੈਂ ਤੁਹਾਨੂੰ ਖੱਟੀ ਦਾ ਵਸੀਲਾ ਬਣਾਇਆ ਹੁੰਦਾ, ਹਾਂਜੀ, ਅਤੇ ਪ੍ਰਭੂ ਮਨਾਂ ਅਤੇ ਗੁਰਦਿਆਂ ਨੂੰ ਜਾਂਚਣ ਵਾਲਾ ਨਾ, ਹਾਂਜੀ, ਜੇ ਮੈਂ ਤੁਹਾਨੂੰ ਗਲਤ ਪ੍ਰਚਾਰ ਕਰਕੇ ਪ੍ਰਭੂ ਦੇ ਪਿੱਛੇ ਲਾਇਆ ਹੁੰਦਾ ਅਤੇ ਫਿਰ ਮੈਂ ਤੁਹਾਡੇ ਨਾਲ ਅੱਖਾਂ ਮਿਲਾ ਸਕਦਾ? ਤੁਹਾਡਾ ਤੁਸੀਂ ਤਾਂ ਇੱਕੋ ਹੀ ਗੱਲ ਕਹਿ ਕੇ ਛੁੱਟ ਜਾਣਾ ਸੀਗਾ, ਪ੍ਰਭੂ ਜੀ ਆਹ ਬੇਗੈਰਤੀਆ ਦਿੱਤਾ ਸੀ ਤੂੰ, ਇਹਨੇ ਸਾਨੂੰ ਗੁੰਮਰਾਹ ਕੀਤਾ, ਇਹਨੇ ਤੇਰੀ ਅਸਲੀ ਗੱਲ ਸਾਨੂੰ ਦੱਸੀ। ਇਹ ਤਾਂ ਸਾਨੂੰ ਦੁਨੀਆ ਵਾਲੀ ਭਜਾਉਂਦਾ ਰਿਹਾ, ਇਹ ਤਾਂ ਸਾਨੂੰ ਦੁਨੀਆ ਵਾਲੀ ਲਾਉਂਦਾ ਰਿਹਾ, ਇਹ ਤਾਂ ਸਾਨੂੰ ਦੁਨੀਆ ਦੀਆਂ ਗੱਲਾਂ ਹੀ ਦੱਸਦਾ ਰਿਹਾ, ਇਹ ਤਾਂ ਸਾਨੂੰ ਦੁਨੀਆ ਦੀਆਂ ਆਸ਼ੀਸ਼ਾਂ ਬਰਕਤਾਂ ਦੀ ਗੱਲ ਦੱਸਦਾ ਰਿਹਾ। ਇਹ ਤਾਂ ਹਰੇਕ ਵਰਸ ਜਿਹੜੀ ਵੀ ਕੱਢਦਾ ਸੀਗਾ ਉਹਦਾ ਤਰਜਮਾ ਕਰਕੇ ਸਾਨੂੰ ਲਾਉਂਦਾ ਹੀ ਦੁਨੀਆ ਵਾਲੇ ਪਾਸੇ ਸੀਗਾ, ਅਤੇ ਅਸੀਂ ਤਾਂ ਉਸੇ ਹਿਸਾਬ ਦੇ ਨਾਲ ਹੀ, ਅਸੀਂ ਤਾਂ ਅਣਜਾਣ ਸੀਗੇ, ਅਸੀਂ ਤਾਂ ਬੱਚੇ, ਅਸੀਂ ਤਾਂ ਅਗਿਆਨੀ ਸੀ, ਸਾਨੂੰ ਤਾਂ ਬੱਚਿਆਂ ਦਾ ਨੌਲੇਜ ਨਹੀਂ ਸੀ। ਜਿੱਦਾਂ ਇਹਨੇ ਦੱਸਿਆ ਉੱਦਾਂ ਅਸੀਂ ਤਾਂ ਚੱਲੇ, ਸਾਡਾ ਦੱਸ ਕੀ ਕਸੂਰ ਹੈ। ਲੇਕਿਨ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਦੇ ਵੀ ਖੁਦਾ ਦੇ ਸਾਹਮਣੇ ਖੜੇ ਹੋ ਕੇ ਕਿ ਇਹਨੇ ਸਾਨੂੰ ਸਹੀ ਨਹੀਂ ਦੱਸਿਆ। ਮੇਰੇ ਨਾਲ ਕੀ ਬਣਨਾ ਉਹ ਮੈਂ ਜਾਣਾ ਜਾਂ ਮੇਰਾ ਖੁਦਾ ਜਾਣੇ, ਪਰ ਤੁਹਾਡੇ ਵਿੱਚੋਂ ਕੋਈ ਕਹਿ ਸਕੂਗਾ ਨਹੀਂ ਕਿ ਇਹਨੇ ਅਸਲੀ ਗੱਲ ਸਾਨੂੰ ਦੱਸੀ ਨਹੀਂ ਸੀ। ਮੈਂ ਕੋਈ ਗੱਲ ਦੱਸਣ ਦੇ ਵਿੱਚ ਸੰਕੋਚ ਕੀਤਾ ਨਹੀਂ ਹੈ, ਇਹ ਮੈਂ ਜਾਣਦਾ ਅਤੇ ਮੇਰਾ ਖੁਦਾ ਜਾਣਦਾ। ਇਸ ਲਈ ਵਚਨ ਨੂੰ ਇੱਥੇ ਸਮਾਪਤ ਕਰਦੇ ਹਾਂ। ਕੋਈ ਸਿਆਣਾ ਹੋਇਆ ਅਤੇ ਉਹਨੇ ਫੈਸਲਾ ਲਿਆ ਵਿਸ਼ਵਾਸ ਦੇ ਵਿੱਚ। ਕੀ ਅਸੀਂ ਵਿਸ਼ਵਾਸ ਦੇ ਵਿੱਚ ਸਿਆਣੇ ਹੋ ਗਏ ਹਾਂ? ਅਤੇ ਜੇ ਅਸੀਂ ਸਿਆਣੇ ਹੋ ਗਏ ਹਾਂ ਅਤੇ ਫਿਰ ਅੱਜ ਅਸੀਂ ਵੀ ਫੈਸਲਾ ਲਈਏ, ਮੇਰਾ ਖੁਦਾ ਜਿਹਨੇ ਮੈਨੂੰ ਬੁਲਾਇਆ ਮੇਰੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਰੱਖਦਾ ਹੈ। ਉਹ ਸਮੇਂ ਸਿਰ ਮੇਰੇ ਲਈ ਹਰ ਲੋੜੀਂਦੀ ਚੀਜ਼ ਜਿਹਦੀ ਮੈਨੂੰ ਜ਼ਰੂਰਤ ਆ ਉਹ ਮੈਨੂੰ ਮੁਹੱਈਆ ਕਰੇਗਾ। ਮੇਰਾ ਇਹਨਾਂ ਚੀਜ਼ਾਂ ਵੱਲ ਧਿਆਨ ਹੋਣਾ ਚਾਹੀਦਾ, ਬਲਕਿ ਮੈਨੂੰ ਜਿਸ ਚੀਜ਼ ਦੇ ਲਈ ਉਹਨੇ ਬੁਲਾਇਆ ਮੈਂ ਉਸ ਕੰਮ ਨੂੰ ਆਪਣੇ ਜੀਵਨ ਦੇ ਵਿੱਚ ਵਿਸ਼ਵਾਸ ਦੇ ਉੱਤੇ ਟਿਕਿਆ ਰਹਿ ਕੇ ਕਰ ਸਕਾਂ। ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਝੁਕਾਵਾਂਗੇ, ਪ੍ਰਾਰਥਨਾ ਕਰਦੇ। ਪਿਆਰੇ ਖੁਦਾਵੰ ਖੁਦਾ, ਤੇਰਾ ਧੰਨਵਾਦ ਕਰਦੇ ਹਾਂ ਤੇਰੇ ਅੱਜ ਦੇ ਇਹਨਾਂ ਅੱਛੇ ਵਚਨਾਂ ਦੇ ਲਈ। ਖੁਦਾਵੰ ਤੁਸੀਂ ਆਪਣੇ ਵਚਨਾਂ ਦੇ ਦੁਆਰਾ ਸਾਨੂੰ ਬਹੁਤ ਕੁਝ ਸਮਝਾਇਆ ਹੈ ਖੁਦਾਵੰ, ਔਰ ਜਿਨ੍ਹਾਂ ਨੇ ਵੀ ਸੁਣਿਆ ਹੈ ਇਹ ਵਚਨ
ਉਹਨਾਂ ਦੇ ਈਮਾਨ ਦੇ ਲੈਵਲ ਨੂੰ ਸਵਰਗੀ ਲੈਵਲ ਬਣਾ ਦੇਵੇ ਖੁਦਾ। ਇਹ ਵਚਨ ਹਰੇਕ ਦੀ ਜ਼ਿੰਦਗੀ ਦੇ ਵਿੱਚ ਠਹਿਰੇ ਔਰ ਖੁਦਾਵੰਦ ਇੱਕੋ ਹੀ ਈਮਾਨ ਹੋਵੇ ਕਿ ਮੈਂ ਮੁਕਤੀ ਨੂੰ ਪਾਉਣਾ ਹੈ। ਕੁਛ ਵੀ ਕਰਕੇ ਮੈਂ ਮੁਕਤੀ ਨੂੰ ਆਪਣੇ ਹੱਥੋਂ ਨਹੀਂ ਜਾਣ ਦਿਆਂਗਾ। ਉਹਦੇ ਲਈ ਮੈਨੂੰ ਕੁਛ ਵੀ ਤਿਆਗ, ਕੁਛ ਵੀ ਇਨਕਾਰ ਕਰਨਾ ਪਵੇ, ਮੈਂ ਤਿਆਰ ਹਾਂ। ਮੈਂ ਤੇਰੀ ਉਸ ਕੁਰਬਾਨੀ ਨੂੰ ਵਿਅਰਥਾ ਨਹੀਂ ਜਾਣ ਦੇਵਾਂਗਾ। ਮੈਂ ਤੇਰੇ ਲਹੂ ਦੀ ਬੇਕਦਰੀ ਨਹੀਂ ਕਰਾਂਗਾ, ਬਲਕਿ ਜਿਹੜਾ ਤੂੰ ਰਹਿਮ ਮੇਰੇ ਉੱਤੇ ਕੀਤਾ, ਜਿਹੜਾ ਅਨੁਗ੍ਰਹਿ ਤੂੰ ਮੇਰੇ ਉੱਤੇ ਕੀਤਾ, ਮੈਂ ਉਸ ਅਨੁਗ੍ਰਹਿ ਦੇ ਅਨੁਸਾਰ ਆਪਣੇ ਜੀਵਨ ਨੂੰ ਗੁਜ਼ਾਰਾਂਗਾ। ਹਾਲੇਲੂਇਆ, ਤੇਰਾ ਸ਼ੁਕਰ, ਧੰਨਵਾਦ ਹੋ, ਹਾਲੇਲੂਇਆ। ਵਤਨ ਸਿਯੋਨ ਹੀ ਸਾਡਾ ਯਾਰੋ, ਅਸਲ ਠਿਕਾਣਾ ਏ। ਇੱਥੇ ਮਨ ਨਾ ਲਾਇਓ ਪਾਇਓ, ਅਸੀਂ ਸਵਰਗੀ ਜਾਣਾ ਏ। ਇੱਥੇ ਮਨ ਨਾ ਲਾਇਓ ਪਾਇਓ, ਅਸੀਂ ਸਵਰਗੀ ਜਾਣਾ ਏ। ਵਤਨ ਸਿਯੋਨ ਹੀ ਸਾਡਾ ਯਾਰੋ, ਵਤਨ ਸਿਯੋਨ ਹੀ ਸਾਡਾ ਯਾਰੋ, ਅਸਲ ਠਿਕਾਣਾ ਏ। ਇੱਥੇ ਮਨ ਨਾ ਲਾਇਓ ਪਾਇਓ, ਅਸੀਂ ਸਵਰਗੀ ਜਾਣਾ ਏ। ਇੱਥੇ ਮਨ ਨਾ ਲਾਇਓ ਪਾਇਓ, ਅਸੀਂ ਸਵਰਗੀ ਜਾਣਾ ਏ। ਇਹ ਘਰ ਸਾਡਾ ਪੈ ਜਾਣਾ ਤੇ ਉਹ ਘਰ ਸਾਡਾ ਪੱਕਾ। ਇਹ ਘਰ ਸਾਡਾ ਟਹਿ ਜਾਣਾ ਤੇ ਉਹ ਘਰ ਸਾਡਾ ਪੱਕਾ। ਦੁਨੀਆ ਤੋਂ ਮੈਂ ਨਜ਼ਰ ਹਟਾ ਕੇ ਅੱਖ ਉਸ ਘਰ ਤੇ ਰੱਖਾਂ। ਦੁਨੀਆ ਤੋਂ ਮੈਂ ਨਜ਼ਰ ਹਟਾ ਕੇ ਅੱਖ ਉਸ ਘਰ ਤੇ ਰੱਖਾਂ। ਨਾ ਕੁਝ ਲੈ ਕੇ ਆਇਆ ਬੰਦਿਆ, ਨਾ ਕੁਝ ਲੈ ਕੇ ਆਇਆ ਬੰਦਿਆ, ਨਾ ਹੀ ਲੈ ਜਾਣਾ ਏ। ਇੱਥੇ ਮਨ ਨਾ ਸਵਰਗੀ ਜਾਣਾ ਏ। ਇੱਥੇ ਮਨ ਨਾ ਲਾਇਓ ਪਾਇਓ, ਅਸੀਂ ਸਵਰਗੀ ਜਾਣਾ ਏ। ਦੁਨੀਆ ਵਿੱਚ ਅਸੀਂ ਹਾਂ ਪਰਦੇਸੀ, ਇਹ ਹੈ ਦੇਸ ਪਰਾਇਆ। ਦੁਨੀਆ ਵਿੱਚ ਅਸੀਂ ਹਾਂ ਪਰਦੇਸੀ, ਇਹ ਹੈ ਦੇਸ ਪਰਾਇਆ। ਜੋ ਜਗ ਤੇਰਾ ਨਹੀਂ ਉਸ ਜਗ ਵਿੱਚ ਐਵੇਂ ਮਨ ਕਿਉਂ ਲਾਇਆ। ਜੋ ਜਗ ਤੇਰਾ ਨਹੀਂ ਉਸ ਜਗ ਵਿੱਚ ਐਵੇਂ ਮਨ ਕਿਉਂ ਲਾਇਆ। ਨਾ ਕੁਝ ਲੈ ਕੇ ਆਇਆ ਬੰਦਿਆ, ਨਾ ਕੁਝ ਲੈ ਕੇ ਆਇਆ ਬੰਦਿਆ, ਨਾ ਹੀ ਲੈ ਜਾਣਾ ਏ। ਇੱਥੇ ਮਨ ਨਾ ਅਸੀਂ ਸਵਰਗੀ ਜਾਣਾ ਏ। ਇੱਥੇ ਮਨ ਨਾ ਲਾਇਓ ਪਾਇਓ, ਅਸੀਂ ਸਵਰਗੀ ਜਾਣਾ ਏ। ਪਤਰਸ ਅਤੇ ਰਸੂਲਾਂ ਸਭ ਕੁਝ ਦਾਤ ਲਾਇਆ ਸੀ। ਪਤਰਸ ਅਤੇ ਰਸੂਲਾਂ ਸਭ ਕੁਝ ਦਾਤ ਲਾਇਆ ਸੀ। ਜਾਨਵਾਰ ਆਪਣੀ ਉਹਨਾਂ ਨੇ ਸਫਰ ਮੁਕਾਇਆ ਸੀ। ਜਾਨਵਾਰ ਆਪਣੀ ਉਹਨਾਂ ਨੇ ਸਫਰ ਮੁਕਾਇਆ ਸੀ। ਲੱਖ ਤੁਸੀਂ ਵੀ ਬਣ ਲੋ ਪਾਇਓ, ਜੇ ਸਵਰਗੀ ਜਾਣਾ ਏ। ਲੱਖ ਤੁਸੀਂ ਵੀ ਬਣ ਲੋ ਪਾਇਓ,
स्वर्गी जाना है। वचन सियोन ही साडा यारो, वचन सियोन ही साडा यारो, असल ठिकाना है। इत्थे मन ना लायो पायो, असी स्वर्गी जाना है। इत्थे मन ना लायो पायो, असी स्वर्गी जाना है। असी स्वर्गी जाना है, असी स्वर्गी जाना है। खुदावन तेरे वचन का जो बीज बीजा गया, आने वाले समय दे विच 100 गुना फल लियावे। साडी प्रार्थना सुनो, कबूल करो मसीह यसू दे नाम दे विच, आमीन। हुण साडे खुदावन यसू मसीह दा फजल, खुदा दी मुहब्बत, पाकरू दी संगत हुण तो लैके हमेशा तक ਉਹਦੇ तमाम लोगों के नाल बनी रहे, आमीन। सारे जय मसीह की, खुदा तुहानू आशीष देवे।